ਸ਼ਹਾਦਤ ਹੁੰਦੀ ਹੈ। ਇਸ ਤੋਂ ਬਾਅਦ ਫਿਰ ਜਿਹੜੇ ਹਨ ਸਿੱਖ ਜਿਹੜੇ ਹਰਿਮੰਦਰ ਸਾਹਿਬ ਵਸੇ ਸਨ ਉਹ ਘਰ-ਬਾਰ ਛੱਡ ਕੇ ਜਾਣ ਲਈ ਮਜਬੂਰ ਹੋ ਜਾਂਦੇ ਹਨ। ਗਿਆਨੀ ਗਿਆਨ ਸਿੰਘ ਤਵਾਰੀਖ ਗੁਰੂ ਖਾਲਸਾ ਦੇ ਬੋਲ ਹਨ, ਘਰ ਤੇ ਕੱਢੈ ਵਣ ਲੁਕੈ ਵਣ ਤਜ ਨੀਰ ਲੁਕਾਏ, ਨੀਰ ਲੁਕੈ ਸਿੰਘ ਨਾ ਬਚੈ ਕਉ ਸਿੰਘਨ ਕਤ ਜਾਏ। ਪਾਣੀ ਵਿੱਚ ਵੀ ਲੁਕਦੇ ਨੇ, ਤੱਤ ਦੀ ਸਰਦੀ ਹੁੰਦੀ ਹੈ ਕਈ ਵਾਰ, ਔਰ ਜੇ ਜੰਗਲ ਵਿੱਚ ਲੁਕਦੇ ਨੇ ਤੇ ਜੰਗਲ ਨੂੰ ਅੱਗ ਲਾ ਦਿੰਦੀ ਹੈ ਮੁਗਲ ਹਕੂਮਤ। ਸੋ ਇਹ ਜਿਹੜਾ ਸਮਾਂ ਉਸ ਵਕਤ ਦੇ ਹਾਲਾਤ ਜਿਹੜੇ ਸਾਡੀ ਕੌਮ ਦੇ ਬਣੇ। 1734 ਦੇ ਵਿੱਚ ਹੀ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਹੁੰਦੀ ਹੈ। ਸਿੱਖ ਜਿਹੜੇ ਹਨ ਉਹ ਘਰ-ਬਾਰ ਛੱਡ ਕੇ ਫਿਰ ਜੰਗਲਾਂ ਵਿੱਚ ਚਲੇ ਜਾਂਦੇ ਹਨ। ਉਹ 1735 ਦੇ ਵਿੱਚ ਇੱਕ ਹੋਰ ਘਟਨਾ ਵਾਪਰਦੀ ਹੈ। ਇੱਕ ਗੁਰੂ ਕੇ ਸਿੱਖ ਹੋਏ ਨੇ ਭਾਈ ਹਕੀਕਤ ਸਿੰਘ ਜੀ। ਭਾਈ ਹਕੀਕਤ ਸਿੰਘ ਜੀ ਰਸਤੇ ਵਿੱਚ ਜਾ ਰਹੇ ਸਨ ਤਾਂ ਉਹਨਾਂ ਦੇ ਵਿੱਚ ਕੁਝ ਮੁਗਲ ਹਕੂਮਤ ਦੇ ਅਮੀਰ ਘਰਾਣਿਆਂ ਦੇ ਲੜਕੇ ਜਿਹੜੇ ਸਨ ਉਹ ਦੇਵੀ ਦੇਵਤਿਆਂ ਦਾ ਮਜ਼ਾਕ ਉਡਾ ਰਹੇ ਸੀਗੇ। ਔਰ ਇਹ ਗੱਲ ਜਦੋਂ ਭਾਈ ਹਕੀਕਤ ਸਿੰਘ ਜੀ ਨੇ ਸੁਣੀ ਤਾਂ ਉਹਨਾਂ ਨੇ ਉਹਨਾਂ ਲੜਕਿਆਂ ਨੂੰ ਕਿਹਾ ਵੀ ਦੇਖੋ ਕਿ ਤੁਸੀਂ ਕਿਸੇ ਧਰਮ ਦਾ ਅਪਮਾਨ ਕਰ ਰਹੇ ਹੋ, ਇਹ ਤੁਹਾਡਾ ਧਰਮ ਤੁਹਾਨੂੰ ਸ਼ੋਭਾ ਨਹੀਂ ਦਿੰਦਾਗਾ। ਉਹ ਦੇਵੀ ਦੇਵਤਿਆਂ ਦੀ ਨਿੰਦਿਆ ਕਰ ਰਹੇ ਸੀ। ਉਹ ਕਹਿੰਦਾ ਹੈ ਮੈਂ ਸਿੱਖ ਹਾਂ, ਭਾਵੇਂ ਮੈਂ ਦੇਵੀ ਦੇਵਤਿਆਂ ਨੂੰ ਨਹੀਂ ਮੰਨਦਾਗਾ। ਦੇਵੀ ਦੇਵਾ ਪੂਜੀਏ ਭਾਈ ਕਿਆ ਮੰਗੋ ਕਿਆ ਦੇ। ਪਰ ਸਾਰੇ ਧਰਮ ਸਤਿਕਾਰਯੋਗ ਹਨ। ਸਿੱਖ ਕੌਮ ਨੂੰ ਵੀ ਚਾਹੀਦਾ ਵੀ ਸ਼ੁੱਡ ਰਿਸਪੈਕਟ ਆਲ ਰਿਲੀਜਨ ਬਟ ਵੀ ਵਿਲ ਬਿਲੀਵ ਔਨ ਗੁਰੂ ਨਾਨਕ ਬਾਣੀ। ਸਤਿਕਾਰ ਸਾਰੇ ਧਰਮਾਂ ਦਾ ਕਰੋ ਲੇਕਿਨ ਵਿਸ਼ਵਾਸ ਆਪਣੇ ਗੁਰੂ ਤੇ ਰੱਖੋ। ਸਾਰੇ ਧਰਮ ਅੱਛੇ ਨੇ, ਬੁਰਾ ਕੋਈ ਨਹੀਂ। ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਧਰਮ ਸਾਰੇ ਅੱਛੇ ਹਨ। ਭਾਈ ਸਾਹਿਬ ਭਾਈ ਹਕੀਕਤ ਸਿੰਘ ਜੀ ਨੇ ਕਿਹਾ ਕਿ ਮੈਂ ਭਾਵੇਂ ਦੇਵੀ ਦੇਵਤਿਆਂ ਨੂੰ ਨਹੀਂ ਮੰਨਦਾ, ਪਰ ਤੁਸੀਂ ਇੱਦਾਂ ਦੇ ਆਪੱਤੀਜਨਕ ਸ਼ਬਦ ਜਿਹੜੇ ਕਿਸੇ ਧਰਮ ਬਾਰੇ ਬੋਲ ਰਹੇ ਹੋ ਤੁਹਾਨੂੰ ਸ਼ੋਭਾ ਨਹੀਂ ਦਿੰਦੇ। ਹੋ ਸਕਦਾ ਹੈ ਕਿ ਕੋਈ ਕਿਸੇ ਦੂਸਰੇ ਧਰਮ ਦੇ ਲੋਕ ਇਸਲਾਮ ਦੇ ਮੁਹੰਮਦ ਸਾਹਿਬ ਦੇ ਬਾਰੇ, ਮੁਹੰਮਦ ਸਾਹਿਬ ਦੀ ਬੇਟੀ ਫਾਤਿਮਾ ਬਾਰੇ ਸ਼ਬਦ ਬੋਲਣ, ਤੁਸੀਂ ਉਹਨਾਂ ਨੂੰ ਜਰ ਲਓਗੇ। ਇਹ ਗੱਲ ਜਦੋਂ ਉਹਨਾਂ ਨੇ ਆਖੀ ਤਾਂ ਉਹ ਅਮੀਰ ਘਰਾਣੇ ਦੇ ਲੜਕਿਆਂ ਨੇ ਜਾ ਕੇ ਜ਼ਕਰੀਆ ਖਾਨ ਨੂੰ ਸ਼ਿਕਾਇਤ ਕਰ ਦਿੱਤੀ ਵੀ ਸਿੱਖ ਜਿਹੜੇ ਨੇ ਮੁਹੰਮਦ ਸਾਹਿਬ ਔਰ ਫਾਤਿਮਾ ਬੀਬੀ ਫਾਤਿਮਾ ਬਾਰੇ ਇਦਾਂ ਦੇ ਸ਼ਬਦ ਬੋਲ ਰਹੇ ਨੇ। ਗੱਲ ਕੁਝ ਹੋਰ ਸੀ, ਉਸ ਨੂੰ ਬਣਾ ਕੁਝ ਹੋਰ ਦਿੱਤਾ ਗਿਆ। ਜ਼ਕਰੀਆ ਖਾਨ ਨੇ ਆਪਣੀ ਥੋੜੀ ਜੀ ਫੌਜ ਦਿੱਤੀ ਹੈ, ਭੇਜੀ ਹੈ। ਭਾਈ ਹਕੀਕਤ ਸਿੰਘ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਹਨਾਂ ਦੇ ਅੱਗੇ ਵੀ ਸ਼ਰਤਾਂ ਰੱਖੀਆਂ ਗਈਆਂ ਨੇ। ਉਹ ਕਹਿੰਦਾ ਵੀ ਮੈਂ ਕੁਝ ਇਦਾਂ ਦਾ ਨਹੀਂ ਬੋਲਿਆ, ਮੈਂ ਤਾਂ ਸਿਰਫ ਧਰਮ ਦੇ ਸਤਿਕਾਰ ਦੀ ਗੱਲ ਕੀਤੀ ਹੈ ਕਿ ਭਾਵੇਂ ਦੇਵੀ ਦੇਵਤਿਆਂ ਨੂੰ ਨਹੀਂ ਮੰਨਦਾ ਪਰ ਦੇਵੀ ਦੇਵਤਿਆਂ ਦਾ ਅਪਮਾਨ ਕਰਨਾ ਉਹ ਕੋਈ ਧਰਮ ਨਹੀਂ ਕਹਿੰਦਾਗਾ। ਅੱਜ ਤੁਸੀਂ ਇਹ ਗੱਲ ਨਹੀਂ ਕਹਿ ਸਕਦੇ ਵੀ ਸਿੱਖ ਦੇਵੀ ਦੇਵਤਿਆਂ ਨੂੰ ਨਹੀਂ ਮੰਨਦੇਗੇ। ਇਹ ਗੱਲ ਉਦੋਂ ਦੀ ਹੈ। ਅੱਜ ਸਿੱਖ ਮੱਥੇ ਤੇ ਤਿਲਕ ਵੀ ਲਵਾਉਂਦਾ ਹੈ। ਬੜੇ ਸਾਰੇ ਦੇਖ ਲਿਓ ਤੁਸੀਂ, ਪਿਆਰ ਨਾਲ ਆਖੋ ਸਤਨਾਮ ਸ੍ਰੀ। ਸਤਿਕਾਰਯੋਗ ਸਾਰੇ ਧਰਮ ਨੇ। ਮੰਦਿਰ ਵਿੱਚ ਜਾਣਾ, ਮੈਨੂੰ ਵੀ ਮੌਕਾ ਮਿਲਦਾ ਬੋਲਣ ਦਾ, ਪਰ ਮੈਂ ਪੂਜਾ ਨਹੀਂ ਕਰਦਾ। ਪੂਜਾ ਅਕਾਲ ਕੀ ਪਰਚਾ ਔਰ ਦੀਦਾਰ ਖਾਲਸੇ ਦਾ। ਸਤਿਕਾਰ ਸਾਰੇ ਧਰਮਾਂ ਦਾ ਹੈ। ਬ੍ਰਾਹਮਣ ਵੀ ਮੇਰੇ ਮਿੱਤਰ ਨੇ, ਮੁਲਾਣੇ ਵੀ ਮੇਰੇ ਮਿੱਤਰ ਨੇ। ਲੇਕਿਨ ਅੱਜ ਕੁਝ ਹੋਰ ਹੈ, ਵਿਚਾਰਾਂ ਕੁਝ ਹੋਰ ਹਨ। ਸੋ ਸਾਧ ਸੰਗਤ, ਲਾਈਵ ਟੈਲੀਕਾਸਟ ਚੱਲ ਰਿਹਾ ਹੈਗਾ। ਅਮਰੀਕਾ, ਕੈਨੇਡਾ, ਵਿਦੇਸ਼ਾਂ ਦੇ ਲੋਕ ਜਿਹੜੇ ਦੇਖ ਰਹੇ ਹਨ ਇਹਨਾਂ ਨੂੰ, ਔਰ ਸੰਗਤਾਂ ਵੱਲੋਂ ਬਹੁਤ ਸਾਰੇ ਕਮੈਂਟਸ ਆਏ ਨੇ ਪ੍ਰਬੰਧਕ ਕਮੇਟੀ ਲਈ ਕਿ ਬਹੁਤ ਅੱਛਾ ਉਪਰਾਲਾ ਪ੍ਰਬੰਧਕ ਕਰ ਰਹੇ ਨੇ। ਸਾਡੇ ਲਈ ਨਹੀਂ, ਪ੍ਰਬੰਧਕਾਂ ਲਈ, ਕਿ ਇੱਦਾਂ ਦੀ ਪ੍ਰਬੰਧਕਾਂ ਦੀ ਸੋਚ ਹੈ ਕਿ ਜਿਹੜੇ ਆਪਣੀ ਕੌਮ ਦਾ ਇਤਿਹਾਸ ਵਿਚਾਰ ਰਹੇ ਹਨ। ਇਤਿਹਾਸ ਜਿਹੜਾ ਹੈ, ਕਥਾ ਜਿਹੜੀ ਹੈ, ਉਹ ਇੰਟਰਟੇਨਮੈਂਟ ਲਈ ਨਹੀਂ, ਉਹਦੇ ਅੰਦਰ ਦਰਦ ਪੈਦਾ ਹੋਵੇ। ਇਤਿਹਾਸ ਔਰ ਕਥਾ ਦੋ ਤਰ੍ਹਾਂ ਦੀ ਹੁੰਦੀ ਹੈ। ਇੱਕ ਸਿਰਫ ਖੁਸ਼ ਕਰਨ ਲਈ ਹੁੰਦੀ ਹੈ, ਇੱਕ ਆਪਣੀ ਕੌਮ ਦੇ ਦਰਦ ਲਈ ਹੁੰਦੀ ਕਿ ਸਾਡੇ ਨਾਲ ਵਾਪਰਿਆ ਕੀ ਸੀਗਾ। ਇਹ ਹਕੀਕਤ ਹੈ। ਤੇ ਸਾਧ ਸੰਗਤ, ਉੜੀਸਾ ਦੇ ਅੰਦਰ ਕਟਕ ਸ਼ਹਿਰ ਹੈ। ਉੱਥੋਂ ਗੁਰਦੁਆਰੇ ਦਾ ਪ੍ਰਧਾਨ ਜਿਹੜਾ ਸੀ ਉਹ ਕਾਲੀ ਦੇਵੀ ਦਾ ਪੁਜਾਰੀ ਸੀਗਾ। ਪਿਆਰ ਨਾਲ ਆਖੋ ਸਤਨਾਮ ਸ੍ਰੀ।
ਔਰ ਸ਼ਰੇਆਮ ਮੱਥੇ ਤੇ ਉਹ ਲੰਬਾ ਸਾਰਾ ਤਿਲਕ ਲਾ ਕੇ ਆਉਂਦਾ ਸੀ, ਗੁਰਦੁਆਰੇ ਆਉਂਦਾ ਸੀ। ਹੁਣ ਉੱਥੇ ਪ੍ਰਬੰਧਕ ਸੂਝਵਾਨ ਸਨ, ਸੈਕਟਰੀ ਸਾਹਿਬ ਉੱਥੇ ਦੇ ਬਹੁਤ ਹੀ ਸੂਝਵਾਨ ਸਨ, ਬਜ਼ੁਰਗ ਸਨ, ਗਿਆਨ ਬਹੁਤ ਸੀ। ਉਹਨਾਂ ਨੇ ਕਿਹਾ ਵੀ ਕੀ ਗੁਰਮਤ ਵਿੱਚ ਇਹ ਕਨਸੈਪਟ ਹੈ ਕਿ ਇੱਕ ਗੁਰਦੁਆਰੇ ਦਾ ਪ੍ਰਧਾਨ ਦਾ ਅਰਥ ਹੁੰਦਾ ਜਥੇਦਾਰ। ਅਸੀਂ ਇੰਗਲਿਸ਼ 'ਚ ਪ੍ਰਧਾਨ ਕਹਿ ਦਿੰਦੇ ਹਾਂ ਨਾ, ਅਸਲ 'ਚ ਉਹਦਾ ਮੀਨਿੰਗ ਗੁਰਮੁਖੀ 'ਚ ਕੀ ਹੈ ਜੀ? ਜਥੇਦਾਰ ਸਾਹਿਬ, ਜਿਹੜਾ ਆਗੂ, ਜਿਸ ਨੂੰ ਤੁਸੀਂ ਆਗੂ ਬਣਾਇਆ ਹੈ। ਕਿ ਇੱਕ ਗੁਰਦੁਆਰੇ ਦਾ ਜਥੇਦਾਰ ਤਿਲਕ ਲਾ ਕੇ ਆਵੇ ਤੇ ਜਿਹੜੇ ਉਸ ਨੂੰ ਫੋਲੋ ਕਰਨ ਵਾਲੇ ਨੇ ਫਿਰ ਉਹ ਵੀ ਉਹੀ ਕੁਝ ਕਰਨਗੇ ਜੋ ਆਗੂ ਕਰੇਗਾ। ਅਗਰ ਮੈਂ ਇੱਕ ਪ੍ਰਚਾਰਕ ਹੋ ਕੇ ਗਲਤ ਕੰਮ ਕਰਦਾ ਵਾਂ ਤੇ ਮੇਰੀ ਕੌਮ ਦੇ ਮੰਨਣ ਵਾਲੇ ਜਿਹੜੇ ਹਨ ਉਹ ਵੀ ਗਲਤ ਕਰਨਗੇ। ਤੇ ਸਾਧ ਸੰਗਤ, ਮੈਂ ਉੱਥੇ ਗੱਲ ਚੱਲ ਪਈ ਕਿ ਗੁਰਮਤ ਦੇ ਵਿੱਚ ਜਿਹੜਾ ਹੈ ਇੱਕ ਆਗੂ ਨੂੰ ਤਿਲਕ ਲਾਣਾ ਜਿਹੜਾ ਹੈ ਉਹ ਗੁਰਮਤ ਇਸ ਦੀ ਪ੍ਰਵਾਨਗੀ ਨਹੀਂ ਦਿੰਦੀਗੀ। ਤੇ ਸਾਧ ਸੰਗਤ, ਹੁਣ ਉਹ ਜਦੋਂ ਵੀ ਮੈਂ ਜਾਂਦਾ ਸੀ 500 ਦਾ ਨੋਟ ਰੱਖਦਾ ਸੀ ਤੇ ਜਦੋਂ ਕਥਾ ਹੋ ਗਈ ਉਹਨੇ ਹੁਣ ਨੋਟ ਬੰਦ ਕਰ ਦਿੱਤਾ। ਆਖੋ ਸਤਨਾਮ ਸ੍ਰੀ। ਉਹ ਗੱਲ ਵੱਖਰੀ ਵੀ ਭਾਵੇਂ ਮੇਰਾ ਨੁਕਸਾਨ ਹੋ ਗਿਆ ਲੇਕਿਨ ਉਹਨੇ ਦੁਬਾਰਾ ਨਹੀਂ ਬੁਲਾਇਆਗਾ। ਹੁਣ ਸੱਚ ਜਿਹੜਾ ਹਮੇਸ਼ਾ ਕੀ ਹੁੰਦਾ ਹੈ ਜੀ? ਕੌੜਾ ਹੁੰਦਾ ਹੈ। ਲੇਕਿਨ ਗੁਰਮਤਿ, ਮੈਂ ਕਹਿੰਦਾ ਸਤਿਕਾਰ ਕਰੋ। ਜੇ ਹਿੰਦੂ ਧਰਮਵੀਰ ਦੇ ਲੋਕ ਕਿਸੇ ਨੂੰ ਬਿਪਤਾ ਬਣਦੀ ਹੈ, ਤੁਸੀਂ ਮੰਦਿਰ 'ਚ ਲੰਗਰ ਲਾ ਦਿਓ, ਮਸਜਿਦ 'ਚ ਲੋੜ ਪੈਂਦੀ ਹੈ ਉੱਥੇ ਲੰਗਰ ਲਾ ਦਿਓ। ਲੇਕਿਨ ਇਹ ਕਿੱਥੇ ਗੁਰਮਤ ਪ੍ਰਵਾਨ ਕਰਦੀ ਹੈ ਵੀ ਇੱਕ ਸਿੱਖ ਜਿਹੜਾ ਹੈ ਕਿਰਪਾਨ ਵੀ ਪਾਈ ਹੋਵੇ ਤੇ ਮੱਥੇ ਤੇ ਤਿਲਕ ਵੀ ਲਾਇਆ ਹੋਵੇ? ਇਹ ਗੁਰਮਤ ਇਸ ਨੂੰ ਮਾਨਤਾ ਨਹੀਂ ਦਿੰਦੀ। ਖੈਰ, ਮੈਂ ਅਗਲੀ ਗੱਲ ਕਰਾਂ। ਪਿਆਰ ਨਾਲ ਆਖੋ ਸਤਨਾਮ ਸ੍ਰੀ। ਤੇ ਸਾਧ ਸੰਗਤ, ਇੱਥੇ ਭਾਈ ਹਕੀਕਤ ਸਿੰਘ ਜੀ ਨੇ ਕਿਹਾ ਵੀ ਮੈਂ ਭਾਵੇਂ ਕਿਸੇ ਦੇਵੀ ਦੇਵਤਿਆਂ ਨੂੰ ਨਹੀਂ ਮੰਨਦਾ ਪਰ ਤੁਸੀਂ ਉਹਨਾਂ ਦੀ ਨਿੰਦਿਆ ਕਰ ਰਹੇ ਹੋ, ਕੋਈ ਵੀ ਧਰਮ ਇਜਾਜ਼ਤ ਨਹੀਂ ਦਿੰਦਾਗਾ। ਭਾਈ ਹਕੀਕਤ ਸਿੰਘ ਨੂੰ ਕਿਹਾ ਕਿ ਜਾਂ ਤੇ ਤੂੰ ਇਸਲਾਮ ਕਬੂਲ ਕਰ ਲਾ ਤੇ ਜਾਂ ਫਿਰ ਮਰਨ ਲਈ ਤਿਆਰ ਹੋ ਜਾ। ਤੇਰੇ ਅੱਗੇ ਦੋ ਹੀ ਸ਼ਰਤਾਂ ਨੇ, ਕਿਉਂਕਿ ਜ਼ਕਰੀਆ ਖਾਨ ਪਹਿਲਾਂ ਹੀ ਸਿੱਖਾਂ ਤੇ ਬਹੁਤ ਸਖਤੀ ਕਰ ਰਿਹਾ ਸੀ, ਉਸਨੂੰ ਤੇ ਮੌਕਾ ਮਿਲ ਗਿਆ। ਇਹ ਭਾਈ ਹਕੀਕਤ ਸਿੰਘ ਜਿਹੜਾ ਹੈ, ਇਹਦੇ ਦਾਦੇ ਦਾ ਨਾਮ ਹੈ ਨੰਦ ਲਾਲਪੁਰੀ। ਨੰਦ ਲਾਲਪੁਰੀ ਜਿਹੜਾ ਹੈ ਉਹ ਗੁਰੂ ਅਰਜਨ ਸਾਹਿਬ ਜੀ ਦੇ ਸਮੇਂ ਤੋਂ ਸਿੱਖ ਹੈ। ਨੰਦ ਲਾਲਪੁਰੀ ਦੇ ਦੋ ਪੁੱਤਰ ਹਨ, ਭਾਗਮਲ ਤੇ ਭਾਗਮਲ। ਤੇ ਜਿਹੜਾ ਭਾਈ ਹਕੀਕਤ ਸਿੰਘ ਹੈ ਇਹ ਭਾਗਮਲ ਦਾ ਪੁੱਤਰ ਹੈ। ਔਰ ਨੰਦ ਲਾਲਪੁਰੀ ਜਿਹੜਾ ਹੈ ਉਹਦੀ ਇੱਕ ਧੀ ਹੈ ਜਿਹਦਾ ਨਾਮ ਭਗਵੰਤੀ ਹੈ। ਔਰ ਭਗਵੰਤੀ ਜਿਹੜੀ ਹੈ ਬੀਬੀ, ਉਹ ਬਾਬਾ ਬੰਦਾ ਸਿੰਘ ਬਹਾਦਰ ਦੀ ਸੱਸ ਹੈ। ਜਿਹੜੀ ਬਾਬਾ ਬੰਦਾ ਸਿੰਘ ਬਹਾਦਰ ਦੀ ਪਹਿਲੀ ਪਤਨੀ ਹੈ ਸਾਹਿਬ ਕੌਰ, ਉਹ ਬੀਬੀ ਭਗਵੰਤੀ ਦੀ ਧੀ ਹੈ ਅਤੇ ਭਾਈ ਹਕੀਕਤ ਸਿੰਘ ਦੀ ਭੂਆ ਹੈ ਬੀਬੀ ਭਗਵੰਤੀ। ਸਿੱਖੀ ਦੀਆਂ ਜੜ੍ਹਾਂ ਇੰਨੀਆਂ ਲੰਮੀਆਂ ਹਨ। ਤੇ ਸਾਧ ਸੰਗਤ, ਇੱਥੇ ਫਿਰ ਭਾਈ ਹਕੀਕਤ ਸਿੰਘ ਨੂੰ ਵੀ ਸ਼ਹੀਦ ਕੀਤਾ ਗਿਆ। ਸਿੱਖਾਂ ਨੇ ਅੰਦਰ ਇਹ ਰੋਸ ਪੈਦਾ ਹੋ ਰਿਹਾ ਹੈ ਕਿ ਇਹ ਕਿਸ ਤਰ੍ਹਾਂ ਇਸ ਚੀਜ਼ ਨੂੰ ਨਜਿੱਠਿਆ ਜਾਵੇ, ਕਿਸ ਤਰ੍ਹਾਂ ਇਸ ਨੂੰ ਰੋਕਿਆ ਜਾਵੇ। ਇਹ ਘਟਨਾ ਜਿਹੜੀ ਹੈ 1735 ਦੇ ਵਿੱਚ ਵਾਪਰਦੀ ਹੈ। ਹੁਣ ਜਿਹੜੇ ਸਿੱਖ ਹਨ ਉਹ ਘਰ-ਬਾਰ ਛੱਡ ਕੇ ਫਿਰ ਜਿਹੜੇ ਜੰਗਲਾਂ ਦੇ ਵਿੱਚ ਚਲੇ ਜਾਂਦੇ ਨੇ, ਦੂਰ ਦਰੇਡੇ ਆਉਂਦੇ ਨੇ। ਹਰਮੰਦਰ ਸਾਹਿਬ ਦੇ ਅੰਦਰ ਕੋਈ ਪ੍ਰਕਾਸ਼ ਨਹੀਂ ਹੁੰਦਾਗਾ, ਦਰਸ਼ਨ ਕਰਨ ਲਈ ਆਉਂਦੇ ਨੇ। ਤੇ ਦੇਖੋ, ਅਸੀਂ ਕਈ ਵਾਰ ਕਹਿ ਦਿੰਦੇ ਹਾਂ ਵੀ ਬਾਹਰੋਂ ਇਮਾਰਤ ਨੂੰ ਮੱਥਾ ਟੇਕੀ ਜਾਂਦੇ ਹੋ। ਤੇ ਸਾਧ ਸੰਗਤ, ਗੱਲ ਭਾਵਨਾ ਦੀ ਹੈ। ਜੇ ਪ੍ਰਕਾਸ਼ ਨਾ ਵੀ ਹੋਵੇ, ਆਪਣੇ ਗੁਰੂ ਦੇ ਪਵਿੱਤਰ ਸਥਾਨ ਨੂੰ ਤੁਸੀਂ ਹਿਰਦੇ ਨਾਲ ਵੀ ਮੱਥਾ ਟੇਕ ਦਿਓ, ਤੁਹਾਡਾ ਉਹ ਵੀ ਪ੍ਰਵਾਨ ਹੋ ਜਾਏਗਾ। ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਵੀ ਬੈਠੇ ਹੋਏ ਹੋ, ਅੰਦਰ ਤੁਹਾਡਾ ਕਿਤੇ ਜੁੜਿਆ ਨਹੀਂ ਤੇ ਦਿਮਾਗ ਕਿਤੇ ਹੋਰ ਚੱਲ ਰਿਹਾ, ਉਹ ਬੈਠਿਆ ਵੀ ਪ੍ਰਵਾਨ ਨਹੀਂ ਹੋਵੇਗਾ। ਦੂਰ ਦਰੇਡਿਓਂ ਸਿੱਖ ਆਉਂਦੇ ਨੇ, ਦੂਰੋਂ ਹਰਮੰਦਰ ਸਾਹਿਬ ਨੂੰ ਨਮਸਕਾਰ ਕਰਦੇ ਹਨ। ਤੇ ਸਾਧ ਸੰਗਤ, ਇੱਥੇ ਹੁਣ ਸਿੱਖ ਜਿਹੜੇ ਨੇ ਹਰਮੰਦਰ ਸਾਹਿਬ ਦੇ ਦਰਸ਼ਨਾਂ ਲਈ ਦੂਰ ਦਰੇਡਿਆਂ ਤੋਂ ਸਮਾਂ ਮਿਲਦਾ। ਕਈਆਂ ਨੂੰ ਆਪਣੇ ਪਰਿਵਾਰਾਂ ਨੂੰ ਵੀ ਸਮਾਂ ਨਹੀਂ ਮਿਲਦਾ ਮਿਲਣ ਦਾ। ਈਵਨ ਇੱਥੋਂ ਤੱਕ ਹਾਲਾਤ ਇਦਾਂ ਦੇ ਵਰਦੇ ਵੀ ਲਾਸ਼ਾਂ ਦੇ ਸੰਸਕਾਰ ਵੀ ਨਹੀਂ ਕੀਤੇ ਜਾਂਦੇ ਸਨ, ਉਹ ਵੀ ਰੁਲ ਜਾਂਦੀਆਂ ਸਨ। ਤੇ ਸਾਧ ਸੰਗਤ, ਹੁਣ 4 ਸਾਲ ਸਿੱਖਾਂ ਦੇ ਜਿਹੜੇ ਹਨ ਉਹ ਬੜੇ ਦੁਖਦਾਈ ਘਟਨਾ 'ਚ ਗੁਜ਼ਰਦੇ ਹਨ। ਸਮਾਂ ਆ ਗਿਆ ਹੈ 1739 ਦਾ। ਇੱਥੇ ਹੁਣ ਦਿੱਲੀ ਦੇ ਵਿੱਚ ਜਿਹੜਾ ਮੁਹੰਮਦ ਸ਼ਾਹ ਰੰਗੀਲਾ ਹੈ, ਇਹ ਇਜਾਜ਼ ਰਾਜਾ ਹੈ। ਔਰ ਇਹ ਆਪਸ ਵਿੱਚ ਗੱਦੀ ਨੂੰ ਲੈ ਕੇ ਇਹਨਾਂ ਦੇ ਅੰਦਰ ਲੜਾਈਆਂ ਹੋ ਰਹੀਆਂ ਨੇ।
ਹੁਣ ਨਾਦਰ ਸ਼ਾਹ ਨੂੰ ਇਹ ਖਬਰ ਮਿਲਦੀ ਹੈ ਵੀ ਦਿੱਲੀ ਦੇ ਵਿੱਚ ਜਿਹੜੀਆਂ ਕਾਰਵਾਈਆਂ ਨੇ ਆਪਸ ਵਿੱਚ ਲੜਨੀਆਂ, ਤੇ ਨਾਦਰ ਸ਼ਾਹ ਹੁਣ ਹਮਲਾ ਕਰਦਾ ਹੈ 1739 ਦੇ ਅੰਦਰ ਦਿੱਲੀ ਦੇ ਵਿੱਚ। 1 ਲੱਖ ਦੀ ਤਕਰੀਬਨ ਫੌਜ ਨਾਦਰ ਸ਼ਾਹ ਲੈ ਕੇ ਆਉਂਦਾ ਹੈ, ਏਡਾ ਵੱਡਾ ਕਾਫਲਾ ਲੈ ਕੇ ਆਉਂਦਾ, ਕਿਉਂਕਿ ਉਹਨੇ ਪਹਿਲਾ ਹਮਲਾ। ਨਾਦਰ ਸ਼ਾਹ ਪਹਿਲਾਂ ਇਹ ਆਜੜੀ ਹੈ, ਭੇਡਾਂ ਚਾਰਦਾ ਸੀਗਾ, ਲੇਕਿਨ ਇਹਨੂੰ ਸਮਾਂ ਮਿਲਿਆ ਤਾਂ ਇਹਨੇ ਆਪਣੀ ਕੌਮ ਦੇ ਅੰਦਰ ਜਿਹੜਾ ਹੈ ਇੱਕ ਵੱਡਾ ਜਥਾ ਤਿਆਰ ਕੀਤਾ। ਹੌਲੀ ਹੌਲੀ ਇਹਨਾਂ ਲੁੱਟਾਂ ਖੋਹਾਂ ਕੀਤੀਆਂ ਤੇ ਬੜੀ ਵੱਡੀ ਫੌਜ ਤਿਆਰ ਕਰ ਲਈ ਹੈ। ਨਾਦਰ ਸ਼ਾਹ ਜਦੋਂ ਲਾਹੌਰ ਆਉਂਦਾ ਹਮਲਾ ਕਰਨ ਲਈ ਤਾਂ ਜ਼ਕਰੀਆ ਖਾਨ ਉਹਦੀ ਈਨ ਮੰਨ ਲੈਂਦਾ ਹੈ, ਕਿਉਂਕਿ ਨਾਦਰ ਸ਼ਾਹ ਨਾਲ ਲੜਨਾ ਸੌਖਾ ਨਹੀਂ, ਐਡੀ ਵੱਡੀ ਫੌਜ ਲੈ ਕੇ ਆ ਰਿਹਾ ਹੈ। ਨਾਦਰ ਸ਼ਾਹ ਦੀ ਈਨ ਮੰਨ ਲਈ ਹੈ। ਕਰਨਾਲ ਦੇ ਇਲਾਕੇ ਦੇ ਵਿੱਚ ਲਖਪਤ ਰਾਏ ਤੇ ਜ਼ਕਰੀਆ ਖਾਨ ਆ ਕੇ 10 ਲੱਖ ਰੁਪਇਆ ਨਜ਼ਰਾਨਾ ਭੇਟ ਕਰਦੇ ਨੇ ਨਾਦਰ ਸ਼ਾਹ ਨੂੰ। ਤੇ ਨਾਦਰ ਸ਼ਾਹ ਫਿਰ ਹੁਣ ਦਿੱਲੀ ਤੇ ਆਉਂਦਾ ਹੈ। ਦਿੱਲੀ ਦਾ ਜਿਹੜਾ ਬਾਦਸ਼ਾਹ ਹੈ ਮੁਹੰਮਦ ਸ਼ਾਹ, ਉਹ ਨਾਦਰ ਸ਼ਾਹ ਦੀ ਈਨ ਮੰਨ ਲੈਣਾ ਹੈ। ਤੇ ਨਾਦਰ ਸ਼ਾਹ ਨੇ ਡਿਮਾਂਡ ਰੱਖੀ ਕਿ ਜੇ ਤੂੰ 25 ਕਰੋੜ ਰੁਪਈਆ ਮੈਨੂੰ ਨਜ਼ਰਾਨਾ ਭੇਟ ਕਰੇਗਾ, ਮੈਂ ਦਿੱਲੀ 'ਚ ਕਤਲੋਗਾਰਦ ਨਹੀਂ ਕਰਾਂਗਾ। ਉਹ ਕਹਿੰਦਾ ਮੇਰੇ ਕੋਲ ਇੰਨਾ ਪੈਸਾ ਨਹੀਂ ਹੈ। 7 ਕਰੋੜ ਰੁਪਈਆ, ਕੁਝ ਹੀਰੇ, 1000 ਹਾਥੀ, 1500 ਘੋੜੇ ਤੇ ਕੁਝ ਊਠ ਤੇ 10,000 ਹਿੰਦੁਸਤਾਨ ਦੀਆਂ ਲੜਕੀਆਂ। ਗਿਣਤੀ ਕਹਿਣੀ ਮੇਰੇ ਲਈ ਸੌਖੀ ਹੈ 10,000, ਲੇਕਿਨ 10,000 ਹਿੰਦੁਸਤਾਨ ਦੀਆਂ ਲੜਕੀਆਂ ਉਸਨੇ ਇਕੱਠੀਆਂ ਕੀਤੀਆਂ ਨੇ ਦਿੱਲੀ ਦੇ ਆਸ-ਪਾਸ ਦੇ ਇਲਾਕਿਆਂ 'ਚ। ਨਾਦਰ ਸ਼ਾਹ ਜਦੋਂ ਇੱਥੇ ਰੁਕਿਆ ਦਿੱਲੀ ਦੇ ਅੰਦਰ, ਤੇ ਕਿਸੇ ਨੇ ਖਬਰ ਫੈਲਾ ਦਿੱਤੀ ਹੈ ਕਿ ਨਾਦਰ ਸ਼ਾਹ ਮਾਰਿਆ ਗਿਆ ਹੈ। ਝੂਠੀ ਖਬਰ ਫੈਲਾ ਦਿੱਤੀ ਵੀ ਨਾਦਰ ਸ਼ਾਹ ਮਾਰਿਆ ਗਿਆ। ਜਦੋਂ ਨਾਦਰ ਸ਼ਾਹ ਨੂੰ ਇਹ ਖਬਰ ਮਿਲਦੀ ਹੈ ਤਾਂ ਫਿਰ ਨਾਦਰ ਸ਼ਾਹ ਹੁਕਮ ਕਰਦਾ ਵੀ ਜਿੱਥੇ ਕੋਈ ਮਿਲਦਾ ਉਸ ਨੂੰ ਮਾਰ ਦਿਓ। 1,12,000 ਲੋਕ 1739 ਚ ਦਿੱਲੀ ਤੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਨਾਦਰ ਸ਼ਾਹ ਨੇ ਕਤਲ ਕੀਤੇ ਸੀ। ਦਿੱਲੀ ਦੀ ਕੋਈ ਐਸਾ ਗਲੀ, ਐਸਾ ਬਾਜ਼ਾਰ ਨਹੀਂ ਸੀ ਜਿੱਥੇ ਖੂਨ ਨਹੀਂ ਵਹਿਆ ਹੋਏਗਾ। ਤੇ ਇਸੇ ਕਰਕੇ ਦਿੱਲੀ ਨੂੰ ਖੂਨੀ ਦਿੱਲੀ ਵੀ ਕਿਹਾ ਜਾਂਦਾ ਹੈ। ਆਖੋ ਸਤਨਾਮ ਸ੍ਰੀ। ਉਸ ਵਕਤ ਇੱਕ ਗੱਲ ਪ੍ਰਚਲਿਤ ਹੋ ਗਈ ਸੀ, ਖਾਦਾ ਪੀਤਾ ਲਾਹੇ ਦਾ ਤੇ ਬਾਕੀ ਅਹਿਮਦ ਸ਼ਾਹੇ ਦਾ, ਵੀ ਅਹਿਮਦ ਸ਼ਾਹ ਦਾ ਵੀ ਹੈ ਤੇ ਨਾਦਰ ਸ਼ਾਹ ਨੇ ਆਉਣਾ ਇੱਥੇ ਹਮਲਾ ਕੀਤਾ ਹੈ। ਇਹ ਗੱਲ ਪ੍ਰਚਲਿਤ ਸੀ। ਲੋਕੀ ਆਖਦੇ ਸੀ ਆਵੀਂ ਬਾਬਾ ਕਸ਼ ਵਾਲਿਆ, ਗੱਲ ਧਿਆਨ ਨਾਲ ਸੁਣਿਆ, ਆਵੀਂ ਬਾਬਾ ਕਸ਼ ਵਾਲਿਆ ਮੇਰੀ ਰੰਨ ਬਸਰੇ ਨੂੰ ਚੱਲੀ, ਮੇਰੀ ਧੀ ਨੂੰ ਮੇਰੀ ਘਰਵਾਲੀ ਨੂੰ ਲੁੱਟ ਕੇ ਲੈ ਗਿਆ ਮੁਗਲ, ਕਸ਼ਹਿਰੇ ਵਾਲੇ ਬਾਬੇ ਤੂੰ ਆ ਕੇ ਬਚਾਈ, ਜਿਹੜੇ ਅੱਜ ਕਸ਼ਹਿਰੇ ਵਾਲਿਆਂ ਨੂੰ ਲੋਕ ਗੱਲਾਂ ਕਰਦੇ ਨੇ। ਆਖੋ ਸਤਨਾਮ ਸ੍ਰੀ। ਜਦੋਂ ਹੁਣ ਨਾਦਰ ਸ਼ਾਹ 25 ਮਈ 1739 ਨੂੰ ਦਿੱਲੀ ਵਾਪਸ ਜਾਂਦਾ ਹੈ, ਹੁਣ ਜਦੋਂ ਇਹ ਜਾਂਦਾ ਹੈ ਤਾਂ ਹੁਣ ਇਹ ਬਿਆਸ ਦਰਿਆ ਦੇ ਇਲਾਕੇ ਦੇ ਵਿੱਚ ਜਦੋਂ ਪਹੁੰਚਦਾ ਹੈ, ਇੱਥੇ ਹੁਣ ਸਿੱਖ ਜਥੇਬੰਦੀਆਂ ਜਿਹੜੀਆਂ ਬੁੱਢਾ ਦਲ ਤੇ ਤਰੁਣਾ ਦਲ ਹਜੇ ਚੱਲ ਰਿਹਾ, ਅੱਗੇ ਚੱਲ ਕੇ ਇਹਨਾਂ ਦੀਆਂ 12 ਮਿਸਲਾਂ ਜਿਹੜੀਆਂ ਡਿਵਾਈਡ ਹੋਣੀਆਂ ਨੇ। ਇੱਥੇ ਹੁਣ ਸਰਦਾਰ ਬੁੱਧ ਸਿੰਘ, ਸਰਦਾਰ ਭਾਗ ਸਿੰਘ ਤੇ ਸਰਦਾਰ ਚੜ੍ਹਤ ਸਿੰਘ, ਜੱਸਾ ਸਿੰਘ ਆਲੂਵਾਲੀਆ ਤੇ ਜੱਸਾ ਸਿੰਘ ਰਾਮਗੜੀਆ, ਇਹਨਾਂ ਦੇ ਹਜੇ ਨਾਮ ਆ ਰਹੇ ਨੇ। ਅੱਗੇ ਚੱਲ ਕੇ ਜਿਵੇਂ ਜਥੇਦਾਰ ਬਦਲਣਗੇ ਉਵੇਂ ਨਾ ਹੋਣਗੇ। ਮੈਂ ਇੱਥੇ ਬੇਨਤੀ ਕਰ ਦਵਾਂ ਕਿ ਆਲੋਵਾਲ ਇੱਕ ਪਿੰਡ ਸੀ ਜਿੱਥੋਂ ਦਾ ਸਰਦਾਰ ਜੱਸਾ ਸਿੰਘ ਰਹਿਣ ਵਾਲਾ ਸੀਗਾ। ਆਲੋਵਾਲ ਤੋਂ ਬਣਿਆ ਹੈ ਆਲੂ ਵਾਲੀਆ। ਸਰਦਾਰ ਜੱਸਾ ਸਿੰਘ ਦੂਸਰੇ ਜਿਹੜੇ ਨੇ, ਜਿਨ੍ਹਾਂ ਨੇ ਅੰਮ੍ਰਿਤਸਰ ਦੇ ਅੰਦਰ ਇੱਕ ਕਿਲਾ ਬਣਾਇਆ ਸੀ ਜਿਹਦਾ ਨਾਮ ਸੀ ਰਾਮ ਰੌਣੀ, ਉਹਨੂੰ ਰਾਮਗੜ੍ਹ ਵੀ ਕਿਹਾ ਜਾਂਦਾ ਸੀਗਾ। ਜਿਵੇਂ ਛੱਤੀਸਗੜ੍ਹ ਦਾ ਨਾਮ ਤੁਸੀਂ ਸੁਣਿਆ ਹੋਵੇਗਾ, ਉੱਥੇ 36 ਰਾਜਿਆਂ ਦੇ ਆਪਣੇ ਗੜ੍ਹ ਸੀਗੇ ਤੇ ਉਹਦਾ ਨਾਮ ਪੈ ਗਿਆ ਛੱਤੀਸਗੜ੍ਹ। ਜੱਸਾ ਸਿੰਘ ਜੀ ਨੇ ਇੱਕ ਕਿਲਾ ਬਣਾਇਆ ਜਿਹਦਾ ਨਾਮ ਸੀ ਰਾਮ ਰੌਣੀ, ਔਰ ਉਹ ਕਿਲੇ ਬਣਾਉਣ ਦੇ ਨਾਲ ਤੇ ਹੀ ਉਹਨਾਂ ਦਾ ਨਾਮ ਪੈ ਗਿਆ ਰਾਮਗੜੀਆ। ਉਹਨਾਂ ਨੇ ਇੱਕ ਗੜ੍ਹ ਬਣਾਇਆ, ਉਹਦੇ ਅੰਦਰ ਹੀ ਜਿਹੜਾ ਦਿੱਲੀ ਦਾ, ਸ਼ਾਇਦ ਆਪ ਨੂੰ ਪਤਾ ਹੋਵੇ, ਸਰਦਾਰ ਤਰਸੇਮ ਸਿੰਘ ਦੀ ਲਿਖੀ ਹੋਈ ਕਿਤਾਬ ਹੈ ਜੱਸਾ ਸਿੰਘ ਰਾਮਗੜੀਆ। ਉਸ ਨੂੰ ਜਦੋਂ ਤੁਸੀਂ ਪੜ੍ਹੋਗੇ ਤਾਂ ਉਹਦੇ 'ਚ ਬਹੁਤ ਸਾਰੇ ਖੁਲਾਸੇ ਹੋਣੇ ਨੇ। ਇਹ ਜਿਹੜਾ ਦਿੱਲੀ ਦਾ ਤਖਤ ਹੀ ਸਿੱਖ ਪੁੱਟ ਕੇ ਲੈ ਗਏ ਸੀਗੇ, ਜਿਸ ਦੇ ਉੱਪਰ ਜਦੋਂ ਕਿਤੇ ਰਾਜ ਘਰਾਣੇ ਦੇ ਲੋਕ ਬੈਠਦੇ ਸਨ ਤੇ ਉਹਨਾਂ ਦੇ ਵਿੱਚ ਇਹ ਗੱਲ ਆਉਣੀ ਹੈ ਕਿ ਉਹ ਕਹਿੰਦੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਤਖਤ ਤੇ ਬਿਠਾਇਆ ਜਾਏ। ਉਹ ਕਹਿੰਦਾ ਨਹੀਂ, ਮੈਂ ਤਖਤ ਤੇ ਨਹੀਂ ਬੈਠਾਂਗਾ। ਅਗਰ ਮੈਂ ਦਿੱਲੀ ਦੇ ਤਖਤ ਬੈਠਦਾ ਹਾਂ ਤੇ ਸਾਡੇ ਵਿੱਚ ਭਰਾ ਮਾਰੂ ਜੰਗ ਸ਼ੁਰੂ ਹੋ ਜਾਏਗਾ। ਦੇਖੋ ਕਿੱਡੀ ਵੱਡੀ ਸੋਚਣ ਦੀ ਗੱਲ ਹੈ
ਇੱਕ ਸਿੱਖ ਜਰਨੈਲ ਕਹਿ ਰਿਹਾ ਹੈ ਕਿ ਜੇ ਮੈਂ ਤਖਤ ਤੇ ਬੈਠਾਂਗਾ ਤੇ ਸਾਡੇ ਵਿੱਚ ਕਿਹੜਾ ਜੰਗ ਸ਼ੁਰੂ ਹੋ ਜਾਏਗਾ? ਭਰਾ ਮਾਰੋ। ਤੇ ਅੱਜ ਸਾਡੇ ਗੁਰਦੁਆਰਿਆਂ 'ਚ ਕਿਹੜਾ ਜੰਗ ਹੋ ਰਿਹਾ ਜੀ? ਆਖੋ ਸਤਨਾਮ ਸ੍ਰੀ। ਅੱਜ ਇਹ ਹਰ ਘਰ ਦੀ ਗੱਲ ਹੋ ਰਹੀ ਹੈ, ਹਰ ਘਰ ਦੀ। ਤੇ ਸਾਧ ਸੰਗਤ ਜੀ, ਉਹ ਬਾਬਾ ਫਰੀਦ ਜੀ ਨਾ ਉੱਤੇ ਚੜ ਕੇ ਦੇਖਿਆ ਤਾਂ ਘਰ ਘਰ ਇਹ ਅੱਗ। ਸਾਡੇ ਅੰਦਰ ਇਹ ਸੋਚ ਹੋਵੇ ਕਿ ਜੇ ਮੇਰਾ ਭਰਾ ਇੱਕ ਅੱਗੇ ਜਾ ਰਿਹਾ ਤੇ ਮੈਂ ਉਹਦੀ ਮਦਦ ਕਰਾਂ। ਸਾਡੀ ਕੌਮ ਦੀ ਸੋਚ ਇਹ ਬਣਦੀ ਜਾ ਰਹੀ ਹੈ, ਜੇ ਇੱਕ ਅੱਗੇ ਜਾ ਰਿਹਾ ਤੇ ਚਾਰ ਉਹਦੀਆਂ ਲੱਤਾਂ ਖਿੱਚਣ ਵਾਲੇ ਖੜੇ ਹੋਏ ਨੇ। ਇਹੀ ਕਾਰਨ ਹੈ। ਕੌਨਸਟੀਟਿਊਸ਼ਨ ਸੰਵਿਧਾਨ ਦੇ ਅੰਦਰ ਇੰਡੀਆ ਦੀਆਂ ਜਿਹੜੀਆਂ ਕਮਿਊਨਿਟੀ ਮਾਈਨੋਰਿਟੀ ਚ ਆਉਂਦੀਆਂ ਨੇ, ਮੈਜੋਰਿਟੀ ਤਾਂ ਹੈ ਹੀ ਨਹੀਂ ਨਾ ਸਾਡੀ, ਕਿੱਥੇ ਹੈਗੀ ਹੈ? ਉਹਨਾਂ ਦੇ ਅੰਦਰ ਧਾਰਮਿਕ ਐਕਟ ਦੇ ਵਿੱਚ ਤੁਸੀਂ ਗੁਰਦੁਆਰਿਆਂ ਦੀ ਫੰਡਿੰਗ ਲੈ ਸਕਦੇ ਹੋ। ਮਾਈਨੋਰਿਟੀ ਜਿਹੜੀਆਂ ਕਮਿਊਨਿਟੀਜ਼ ਆ ਰਹੀਆਂ ਨੇ, ਅੱਜ ਮੁਸਲਮਾਨਾਂ ਦੇ ਮਦਰਸਿਆਂ ਨੂੰ 25-25 ਲੱਖ ਰੁਪਈਆ ਇੰਡੀਅਨ ਗੌਰਮੈਂਟ ਪੇ ਕਰਦੀ ਹੈ। ਉਹਦਾ ਕਾਰਨ ਕੀ ਹੈ ਕਿ ਸਿੱਖ ਕੌਮ ਵਧੀਆ ਐਜੂਕੇਟਿਡ ਵਕੀਲ ਔਰ ਜੱਜ ਪੈਦਾ ਨਹੀਂ ਕਰ ਸਕੇਗੀ ਕਿ ਜਿਹੜੇ ਤੁਹਾਨੂੰ ਆਪਣੇ ਲਾਅ ਬਾਰੇ ਦੱਸ ਸਕਣ, ਕਾਨੂੰਨ ਬਾਰੇ ਦੱਸ ਸਕਣ। ਔਰ ਫਿਰ ਦੂਜੀ ਗੱਲ ਮੈਂ ਇਹ ਵੀ ਕਹਿ ਸਕਦਾ ਵੀ ਸਿੱਖ ਕੌਮ ਅਮੀਰ ਹੀ ਇੰਨੀ ਹੈ ਕਿ ਉਹਨਾਂ ਨੂੰ ਸਰਕਾਰਾਂ ਤੋਂ ਪੈਸਾ ਲੈਣ ਦੀ ਲੋੜ ਹੀ ਨਹੀਂ ਪੈਂਦੀਗੀ। ਗੱਲ ਪੱਖ ਇਹ ਵੀ ਹੈਗਾ ਇੱਕ ਸਾਡੀ ਕੌਮ ਦਾ। ਪਿਆਰ ਨਾਲ ਆਖੋ ਸਤਨਾਮ ਸ੍ਰੀ। ਇੱਥੇ ਹੁਣ ਜਦੋਂ ਨਾਦਰ ਸ਼ਾਹ ਬਿਆਸ ਇਲਾਕੇ 'ਚ ਪਹੁੰਚਦਾ ਹੈ ਤਾਂ ਇੱਥੇ ਸਿੱਖ ਜਰਨੈਲਾਂ ਨੂੰ ਪਤਾ ਚੱਲਦਾ ਵੀ ਨਾਦਰ ਸ਼ਾਹ ਦਿੱਲੀ ਤੇ ਆਸ-ਪਾਸ ਹਿੰਦੂ ਪਰਿਵਾਰਾਂ ਦੀਆਂ ਤੇ ਹੋਰ ਪਰਿਵਾਰਾਂ ਦੀਆਂ 10,000 ਲੜਕੀਆਂ ਬਹੁਤ ਵੱਡੇ ਕਾਫਲੇ ਨਾਲ ਜਾ ਰਿਹਾ ਹੈ। ਸਿੱਖਾਂ ਨੇ ਪਿੱਛੋਂ ਹਮਲਾ ਕਰ ਦਿੱਤਾ, ਜਿਨ੍ਹਾਂ ਵਿੱਚੋਂ ਬਹੁਤ ਸਾਰੀਆਂ ਲੜਕੀਆਂ ਛਡਾਈਆਂ ਗਈਆਂ। ਇਹ ਦੋ ਵਾਰ ਇਤਿਹਾਸ ਵਿੱਚ ਆਉਣਾ ਹੈ। ਇੱਕ ਵਾਰ ਅੱਗੇ ਚੱਲ ਕੇ ਜਦੋਂ ਅਬਦਾਲੀ ਦਾ ਹਮਲਾ ਹੋਣਾ ਉਦੋਂ 2200 ਲੜਕੀਆਂ ਦਾ ਜ਼ਿਕਰ ਹੋਣਾ ਤੇ ਨਾਦਰ ਸ਼ਾਹ ਵੇਲੇ 10,000 ਲੜਕੀਆਂ ਦਾ ਜ਼ਿਕਰ ਆ ਰਿਹਾ। ਹੁਣ ਜਦੋਂ ਸਿੱਖਾਂ ਨੇ ਰੁਕ ਕੇ ਐਕਸ਼ਨ ਲਏ ਨੇ, 2-3 ਦਿਨ ਤੱਕ ਸਿੱਖ ਜਿੱਥੇ ਜਿੱਥੇ ਜਾਂਦੀ ਰਹੀ ਪੜਾਅ ਕਰਦੀ, ਇਹਦੀ ਸੈਨਾ ਨੂੰ ਲੁੱਟਦੇ ਰਹੇ, ਬਹੁਤ ਸਾਰਾ ਮਾਲ ਇਹਦਾ ਹਲਕਾ ਕਰ ਲਿਆ ਤੇ ਸਿੱਖ ਫੜੇ ਨਹੀਂ ਜਾਂਦੇ ਸਨ। ਜਦੋਂ ਇਹ ਦਿੱਲੀ ਤੋਂ ਚੱਲ ਕੇ ਨਾਦਰ ਸ਼ਾਹ ਲਾਹੌਰ ਪਹੁੰਚਦਾ ਹੈ, ਪੜਾਅ ਕਰਦਾ ਹੈ, ਉੱਥੇ ਫਿਰ ਇਹ ਦਰਬਾਰ ਲਗਾ ਕੇ ਜ਼ਕਰੀਆ ਖਾਨ ਨੂੰ ਬੁਲਾਉਂਦਾ ਹੈ। ਜ਼ਕਰੀਆ ਖਾਨ ਨੂੰ ਕਹਿਣ ਲੱਗਾ, ਜ਼ਕਰੀਆ ਖਾਨ ਜੇ ਮੈਂ ਲਾਹੌਰ 'ਚ ਆਇਆ ਤੂੰ ਮੇਰੀ ਈਨ ਮੰਨ ਲਈ, ਦਿੱਲੀ 'ਚ ਆਇਆ ਬਹਾਦਰ ਸ਼ਾਹ ਨੇ ਮੇਰੀ ਈਨ ਮੰਨ ਲਈ, ਦਿੱਲੀ ਦੇ ਵਿੱਚ ਲੋਕ ਤਰਾਹ ਕਰ ਉੱਠੇ, ਮੇਰੇ ਅੱਗੇ ਕਿਸੇ ਦੀ ਖੜਨ ਦੀ ਹਿੰਮਤ ਨਹੀਂ ਪਈ, ਪਰ ਇਹ ਕੌਣ ਲੋਕ ਨੇ ਜਿਹੜੇ ਮੈਨੂੰ ਲੁੱਟ ਰਹੇ ਨੇ? ਹੁਣ ਨਾਦਰ ਸ਼ਾਹ ਨੂੰ ਜ਼ਕਰੀਆ ਖਾਨ ਕਹਿੰਦਾ ਇਹ ਗੁਰੂ ਕੇ ਸਿੱਖ ਹਨ। ਕੌਣ ਹਨ ਜੀ? ਗੁਰੂ ਕੇ ਸਿੱਖ। ਅੱਜ ਬਹੁਤ ਸਾਰੇ ਸਾਡੇ ਵਿੱਚੋਂ ਬਾਬਿਆਂ ਦੇ ਸਿੱਖ ਨੇ। ਆਖੋ ਸਤਨਾਮ ਸ੍ਰੀ। ਕੌਮ ਜਦੋਂ ਤੁਸੀਂ ਸਿੰਘ ਸਭਾ ਦਾ ਇਤਿਹਾਸ ਅੱਗੇ ਆਉਣਾ, ਤੁਸੀਂ ਤੇ ਹੈਰਾਨ ਹੀ ਹੋ ਜਾਓਗੇ ਵੀ ਵਾਸਤਵ ਵਿੱਚ ਗਰਾਊਂਡ ਲੈਵਲ ਤੇ ਸਾਡੇ ਨਾਲ ਹੋਇਆ ਕੀ। ਗੁਰੂ ਨਾਨਕ ਸਾਹਿਬ ਜੀ ਦੇ ਵੇਲੇ 4 ਕਰੋੜ ਸਿੱਖ ਸਨ, ਅੱਜ ਕਿੰਨੇ ਨੇ ਜੀ? 2.5 ਕਰੋੜ ਤੋਂ ਵੀ ਘਟਦੇ ਜਾ ਰਹੇ ਨੇ। ਉਹ ਕਿੱਧਰ ਜਾ ਰਹੇ ਨੇ ਕਿ ਉਹ ਬਾਬਿਆਂ ਵਿੱਚ, ਹਾਂ ਬਾਬਿਆਂ ਵੱਲ ਟਰਾਂਸਲੇਸ਼ਨ ਹੋ ਜਾਵੇ। ਹੁਣ ਸਰਸੇ ਵਾਲਾ ਪੈਦਾ ਹੁੰਦਾ ਹੈ 15-20 ਸਾਲ ਪਹਿਲਾਂ ਔਰ 7 ਕਰੋੜ ਉਹਦੇ ਫੋਲੋਵਰ ਬਣ ਜਾਂਦੇ ਨੇ। ਇਹ ਕੋਈ ਛੋਟੀ ਗੱਲ ਥੋੜੀ ਨਾ ਹੈ। ਔਰ ਇੱਥੇ ਸੰਸਥਾ ਪੈਦਾ ਹੁੰਦੀਆਂ ਨੇ, ਉਹਨਾਂ ਦੇ ਵਿੱਚ ਉਹ ਟਰਾਂਸਲੇਸ਼ਨ ਹੋ ਜਾਂਦੇ ਨੇ। ਕਾਰਨ ਕੀ ਹੈ ਕਿ ਸਾਡੀ ਕੌਮ ਨੇ ਆਪਣੇ ਪ੍ਰਚਾਰਕਾਂ ਨੂੰ ਇਹ ਨਹੀਂ ਦੱਸਿਆ ਕਿ ਆਪਣੀ ਕੌਮ ਨੂੰ ਕਿੱਦਾਂ ਅੱਗੇ ਲੈ ਕੇ ਜਾਣਾ ਹੈ। ਹਰ ਕੌਮਾਂ ਸੋਚ ਰਹੀਆਂ ਨੇ। ਕ੍ਰਿਸਚੈਨਿਟੀ ਅੱਜ ਦੁਨੀਆ 'ਚ ਸਭ ਤੋਂ ਵੱਡਾ ਪ੍ਰਚਾਰ ਕਰ ਰਹੀ ਹੈ। Christianity is the largest religion in the world because they are always ready to help the poor. ਅੱਜ ਈਸਾਈ ਧਰਮ ਗਰੀਬ ਦੀ ਮਦਦ ਕਰ ਰਿਹਾ ਹੈ। ਔਰ ਅੱਜ ਮੈਂ ਮਾਫੀ ਚਾਹੁੰਦਾ ਵਾਂ ਕਿ ਹਕੀਕਤ ਇਹੀ ਹੈ ਕਿ ਤੁਸੀਂ ਪੰਜਾਬ ਅਤੇ ਹੋਰ ਇਲਾਕਿਆਂ ਜਾ ਕੇ ਦੇਖ ਲਓ, ਸਿੱਖ ਵੀ ਈਸਾਈ ਧਰਮ ਵੱਲ ਮੂਵ ਹੋ ਰਹੇ ਨੇ। ਕਾਰਨ ਇਹ ਹੈ ਕਿ ਸਿੱਖਾਂ ਦੇ ਕੋਲ ਕਰੋੜਾਂ ਰੁਪਏ ਦੀਆਂ ਬੈਂਕ ਪ੍ਰਾਪਰਟੀਆਂ, ਗੁਰਦੁਆਰਿਆਂ 'ਚ ਕਰੋੜਾਂ ਅਰਬਾਂ ਦੇ ਖਜ਼ਾਨੇ ਪਏ ਹੋਏ ਨੇ, ਲੇਕਿਨ ਕੋਈ ਵੀ ਕੌਮ ਦੀ ਪ੍ਰਚਾਰ ਦੀ ਗੱਲ ਨਹੀਂ ਕਰ ਰਿਹਾ। ਹਕੀਕਤ ਇਹੀ ਹੈ। ਅੱਜ ਸੋਚਣ ਦੀ ਲੋੜ ਹੈ। ਮੈਂ ਕਿਹਾ ਸੀ ਇਹ ਕੌਮ ਬੜੀ ਅਮੀਰ ਹੈ, ਸੋਨੇ ਦੇ ਹਰਮੰਦਰ ਸਾਹਿਬ ਬਣਾ ਸਕਦੀ ਹੈ, ਲੇਕਿਨ ਅੱਜ ਸਾਨੂੰ ਅੱਛੇ ਗੁਰਦੁਆਰਿਆਂ ਦੇ ਨਾਲ ਗੁਰਦੁਆਰਿਆਂ 'ਚ ਬੈਠਣ ਵਾਲੇ ਵੀ ਤਿਆਰ ਕਰਨ ਦੀ ਲੋੜ ਹੈ।
ਅੱਜ ਲੋੜ ਹੈ ਜਿਨ੍ਹਾਂ ਨੇ ਇਹਨੂੰ ਸੰਭਾਲਣਾ ਹੈ ਆਉਣ ਵਾਲੇ ਸਮੇਂ ਦੇ ਅੰਦਰ। ਨਹੀਂ ਤਾਂ 10 ਸਾਲਾਂ ਬਾਅਦ ਇਹ ਹਾਲਾਤ ਹੋਣਗੇ ਕਿ ਜਿਸ ਤਰ੍ਹਾਂ ਯੂਰਪੀਅਨ ਲੋਕਾਂ ਦੀਆਂ ਚਰਚਾਂ ਖਾਲੀ ਪਈਆਂ ਹੋਈਆਂ ਨੇ, ਔਰ ਆਉਣ ਵਾਲੇ ਸਮੇਂ 'ਚ ਸਾਡੇ ਗੁਰਦੁਆਰੇ ਵੀ ਖਾਲੀ ਨਜ਼ਰ ਆਉਣਗੇ ਜੇ ਤੁਸੀਂ ਨਾ ਸੰਭਾਲਿਆ ਉਹਨਾਂ ਨੂੰ। ਹੁਣ ਤਾਂ ਤੁਸੀਂ ਵੇਖ ਹੀ ਰਹੇ ਹੋ ਨਾ, ਜਿਹੜੀ ਨਿਊ ਜਨਰੇਸ਼ਨ ਕਿੰਨੀ ਕੁ ਗੁਰਦੁਆਰਿਆਂ 'ਚ ਆ ਰਹੀ ਹੈ। ਤੁਸੀਂ ਆਪ ਹੀ ਸੋਚ ਲਓ ਵਿਸ਼ਾ ਕਿੱਥੇ ਹੈਗਾ। ਇਹ ਪ੍ਰਚਾਰ ਇਸ ਕਰਕੇ ਰੱਖਿਆ ਗਿਆ ਹੈ ਕਿ ਸਾਨੂੰ ਪਤਾ ਲੱਗ ਸਕੇ ਕਿ ਸਾਨੂੰ ਕੀ ਕਰਨ ਦੀ ਲੋੜ ਹੈ। ਹਰ ਕਮਿਊਨਿਟੀ ਆਪਣੀ ਧਰਮ ਲਈ ਕਰ ਰਹੀ ਹੈ, ਲੇਕਿਨ ਅਸੀਂ ਲੰਗਰ ਤੋਂ ਇਲਾਵਾ ਕੁਝ ਵੀ, ਬੋਲੋ ਜੀ, ਹਕੀਕਤ ਇਹ ਹੈ। ਅਸੀਂ ਕਹਿੰਦੇ ਹਾਂ ਲੰਗਰ ਲਾਓ ਗੁਰੂ ਨਾਨਕ ਜੀ ਦਾ, ਇਹਨੂੰ ਕੋਈ ਦੁਨੀਆ ਦੀ ਤਾਕਤ ਰੋਕ ਨਹੀਂ ਸਕਦੀ, ਲੇਕਿਨ ਸਿੱਖ ਕੌਮ ਨੂੰ ਅੱਜ ਆਪਣੇ ਪ੍ਰਚਾਰ ਦੀ ਬਹੁਤ ਵੱਡੀ ਲੋੜ ਹੈ। ਪਿਆਰ ਨਾਲ ਆਖੋ ਸਤਨਾਮ ਸ੍ਰੀ। ਉਹ ਕਹਿੰਦਾ ਇਹ ਕੌਣ ਲੋਕ ਨੇ? ਕਹਿੰਦਾ ਇਹ ਗੁਰੂ ਦੇ ਸਿੱਖ ਨੇ। ਕਹਿੰਦਾ ਜ਼ਕਰੀਆ ਖਾਨ ਮੈਨੂੰ ਤੂੰ ਇੱਕ ਵਾਰੀ ਇਹਨਾਂ ਦਾ ਘਰ-ਬਾਰ, ਇਹਨਾਂ ਦਾ ਮੁਲਕ ਦੱਸ ਦੇ, ਮੈਂ ਇਹਨਾਂ ਦੇ ਮੁਲਕ ਦੀ ਸਵਾਹ ਤੱਕ ਉਡਾ ਦੇਵਾਂਗਾ। ਦਿੱਲੀ ਵਿੱਚ ਤਾਂ ਮੈਂ ਕੁਝ ਛੱਡ ਆਇਆ ਵਾ, ਤੈਨੂੰ ਤਾਂ ਛੱਡ ਦਿੱਤਾ, ਪਰ ਇਹਨਾਂ ਨੂੰ ਨਹੀਂ ਛੱਡਾਂਗਾ। ਤੇ ਜ਼ਕਰੀਆ ਖਾਨ ਹੱਸ ਕੇ ਕਹਿਣ ਲੱਗਾ, ਇਹਨਾਂ ਦਾ ਮੁਲਕ ਹੀ ਨਹੀਂ ਹੈ ਕੋਈ, ਇਹਨਾਂ ਦਾ ਘਰ ਹੀ ਨਹੀਂ ਹੈ ਕੋਈ। ਕਹਿੰਦਾ ਫਿਰ ਕਿੱਥੇ ਰਹਿੰਦੇ ਨੇ? ਕਹਿੰਦਾ ਘੋੜਿਆਂ ਦੀਆਂ ਕਾਠੀਆਂ ਤੇ ਰਹਿੰਦੇ ਨੇ। ਆਖੋ ਸਤਨਾਮ ਸ੍ਰੀ। ਕਹਿੰਦਾ 100 ਕੋਸ ਭਜੇ ਹੀ ਜੈ ਹੈ, 100 ਕੋਹ ਤੱਕ ਘੋੜਾ ਭਜਾਉਂਦੇ ਨੇ, ਸਿੱਖ ਰੁਕਦੇ ਨਹੀਂ ਹਨ। ਇਹਨਾਂ ਦਾ ਕੋਈ ਮੁਲਕ ਆਏ ਕੀ ਕਾਹੇ ਨਿਸ਼ਾਨੀ, ਇਹਨਾਂ ਦੇ ਮੁਲਕ ਦੀ ਤੇ ਕੋਈ ਨਿਸ਼ਾਨੀ ਨਹੀਂ ਗੀ। ਪਰ ਇਹ ਕੌਣ ਨੇ? ਇਹਨਾਂ ਦਾ ਕਿਰਦਾਰ ਕੀ ਹੈ? ਫਿਰ ਇਹ ਜ਼ਕਰੀਆ ਖਾਨ ਦੱਸਦਾ ਹੈ ਜੋ ਪੰਥ ਪ੍ਰਕਾਸ਼ ਨੇ ਕਲਮ ਬੰਦ ਕੀਤਾ ਹੈ। ਕਹਿੰਦੇ ਕੰਠੀ ਜੰਜੂ ਤਿਲਕ ਨਾ ਧਰ ਹੈ। ਇਹ ਸਿੱਖ ਨਾ ਤਾਂ ਮੁਸਲਮਾਨਾਂ ਦੀ ਕੰਠੀ ਪਾਉਂਦੇ ਨੇ ਤੇ ਨਾ ਗਲ ਵਿੱਚ ਜੰਜੂ ਪਾਉਂਦੇ ਨੇ। ਅੱਜ ਉਹ ਗੱਲ ਵੱਖਰੀ ਹੈ ਵੀ ਸਿੱਖ ਬੱਚਿਆਂ ਦੇ ਮੋਢਿਆਂ ਤੇ ਵੀ ਤਵੀਤ ਬੰਨੇ ਹੁੰਦੇ ਨੇ। ਆਖੋ ਸਤਨਾਮ ਸ੍ਰੀ। ਕੰਠੀ ਜੰਜੂ ਤਿਲਕ ਨਾ ਧਰ ਹੈ। ਇੱਥੇ ਹੁਣ ਕੰਠੀ ਦੀ ਗੱਲ ਆ ਰਹੀ, ਤਵੀਤ ਦੀ, ਤੇ ਗੱਲ ਤਿਲਕ ਦੀ ਵੀ ਆ ਰਹੀ ਹੈ। ਇਹ ਪੰਥ ਪ੍ਰਕਾਸ਼ ਦੇ ਬੋਲ ਨੇ, ਰਤਨ ਸਿੰਘ ਭੰਗੂ ਦੇ। ਕੰਠੀ ਜੰਜੂ ਤਿਲਕ ਨਾ ਧਰ ਹੈ, ਬੁੱਤ ਪਰਸਤੀ ਕਦੇ ਨਾ ਕਰ ਹੈ। ਏਕ ਰੱਬ ਕੀ ਕਰਤ ਬੰਦਗੀ। ਇਹ ਜਿਹੜੇ ਗੁਰੂ ਦੇ ਸਿੱਖ ਨੇ ਇਹ ਕਿਹਦੀ ਬੰਦਗੀ ਕਰਦੇ ਨੇ? ਇੱਕ ਰੱਬ ਦੀ। ਏਕ ਰੱਬ ਕੀ ਕਰਤ ਬੰਦਗੀ ਰਖਤ ਨਾ ਔਰਨ ਕੀ ਮੁਸ਼ੰਦਗੀ। ਇਹ ਕਿਸੇ ਹੋਰ ਤੇ ਵਿਸ਼ਵਾਸ ਹੀ ਨਹੀਂ ਰੱਖਦੇ। ਕਹਿੰਦਾ ਫਿਰ ਕਿਤੇ ਵਿਸ਼ਵਾਸ ਰੱਖਦੇ ਨੇ? ਕਹਿੰਦੇ ਗੁਰੂ ਨਾਨਕ ਜੋ ਕਥੀ ਕਲਾਮ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ। ਗੁਰੂ ਨਾਨਕ ਜੋ ਕਥੀ ਕਲਾਮ ਤਾਂ ਪੇ ਰਖਤ ਇਮਾਮ ਤਮਾਮ। ਕਹਿੰਦੇ ਇਹ ਉਹਦੇ ਤੇ ਈਮਾਨ ਰੱਖਦੇ ਨੇ ਜੋ ਇਹਨਾਂ ਦਾ ਗੁਰੂ ਕਹਿ ਦਿੰਦਾ, ਜੋ ਗੁਰ ਕਹੈ ਸੋਈ ਭਲ ਮਾਨੋ। ਇਹ ਪੰਥ ਪ੍ਰਕਾਸ਼ ਦੇ ਬੋਲ। ਫਿਰ ਜ਼ਕਰੀਆ ਖਾਨ ਨਾਦਰ ਕਾਦਰ ਸੋਚ ਪੁੰਨ। ਹੁਣ ਨਾਦਰ ਸ਼ਾਹ ਕਹਿੰਦਾ ਹੈ, ਕਹਿੰਦਾ ਇਹ ਦਿਨ ਦੂਰ ਨਹੀਂ ਹੈ ਕਿ ਅਗਰ ਇਹ ਇੰਨੇ ਈਮਾਨਦਾਰ ਹਨ ਔਰ ਜੇ ਇਦਾਂ ਹੀ ਇਹ ਰਹੇ ਤੇ ਆਉਣ ਵਾਲੇ ਸਮੇਂ ਦੇ ਅੰਦਰ ਇਹ ਸਿੱਖ ਇਸ ਦੇਸ਼ ਦੇ ਰਾਜੇ ਬਣ ਜਾਣਗੇ। ਇਹ ਨਾਦਰ ਸ਼ਾਹ ਨੇ ਕਿਹਾ। ਇੱਥੇ ਹੁਣ ਨਾਦਰ ਸ਼ਾਹ ਮੁੜਦਾ ਹੈ। ਸਿੱਖ ਜਰਨੈਲਾਂ ਨੇ ਜਿਹੜੀਆਂ ਧੀਆਂ ਛਡਾਈਆਂ ਉਹ ਦਿੱਲੀ ਦੇ ਘਰ ਘਰ ਚ ਪਹੁੰਚਾਈਆਂ। ਇੱਥੇ ਮੈਨੂੰ ਕਿਸੇ ਸ਼ਾਇਰ ਦੀਆਂ ਲਾਈਨਾਂ ਯਾਦ ਆਈਆਂ ਨੇ। ਪਿਆਰ ਨਾਲ ਆਖੋ ਸਤਨਾਮ ਸ੍ਰੀ। ਉਹ ਕਹਿੰਦਾ अगर हमारे पिता तवियों पर बैठे और चरखड़ियों पे चढ़े ना होते, हमारे पिता तवियों पर बैठे और चरखड़ियों पे चढ़े ना होते, नक्शे में तुम्हारा हिंदुस्तान और तुम हिंदुस्तान में कभी खड़े ना होते। नक्शे में तुम्हारा हिंदुस्तान और तुम हिंदुस्तान में कभी खड़े ना होते। तुम्हारी कौम के लिए गुरु तेग बहादुर महाराज चांदनी चौक में अड़े ना होते। तुम्हारी माँ बहन बहू बेटियों के लिए जस्सा सिंह आलू वालिया और जस्सा सिंह रामगढ़िया लड़े ना होते, और तुम्हारे वारस कभी हिंदुस्तान में बड़े ना होते। छुप जाते हम भी तेरी तरह बेगैरत होकर, छुप जाते हम भी तुम्हारी तरह बेगैरत होकर, अगर हमारे हाथ में दी हुई गुरु गोबिंद सिंह की तलवार और लोहे के कड़े ना होते। अगर गुरु गोबिंद सिंह दी दित्ती हुई शमशीर ना हुंदी तो असी भी बेगैरत होके शुभ जाना सी। कहता रख दूंगा दिलो सीना चीर के आगे, एक एक को धर लूंगा शमशीर के आगे। पहले तो दुनिया झुकती थी तकदीर के आगे, अब तो तकदीर भी झुकेगी गुरु गोबिंद सिंह की शमशीर के आगे। ये ओ बल दिता गुरु गोबिंद सिंह महाराज। सिखा ने उन्हां धीआं नूं छड़ाया, क्योंकि गुरु दा सिख पर बेटी को बेटी जानदा है, बगाने दी धी नूं भी अपनी धी समझदा है।
ਸੋ ਇੱਥੇ ਮੈਂ 1739 ਚ ਨਾਦਰ ਸ਼ਾਹ ਦੇ ਹਮਲੇ ਦੀ ਔਰ ਅਗਲੀ ਗੱਲ ਜਿਹੜੀ ਸਨ 1740 ਦੇ ਵਿੱਚ ਗੁਰੂ ਕੇ ਦੋ ਸਿੱਖ ਭਾਈ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਦਾ ਜ਼ਿਕਰ ਆਉਣਾ ਹੈ ਔਰ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਦਾ ਜ਼ਿਕਰ ਸਵੇਰ ਦੇ ਦੀਵਾਨ ਵਿੱਚ ਕਰਾਂਗਾ। ਹੁਣ ਤੁਹਾਡੇ ਨਾਲ ਵਿਚਾਰ ਕਰਨੀ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਜਿਨ੍ਹਾਂ ਦਾ ਅੱਜ ਜਨਮ ਦਿਨ ਹੈ। ਆਪ ਸਮੂਹ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਬਾਬਾ ਅਜੀਤ ਸਿੰਘ ਜੀ ਦਾ ਜਨਮ 11 ਫਰਵਰੀ ਔਰ ਵਿਦਵਾਨਾਂ ਨੇ 1687 ਲਿਖਿਆ ਹੈ, ਲੇਕਿਨ ਇਹਦੇ ਵਿੱਚ ਸਿਰਫ ਇੱਕ ਵਿਦਵਾਨ ਪ੍ਰਿੰਸੀਪਲ ਸਤਵੀਰ ਸਿੰਘ ਜਿਹੜੇ ਹਨ ਉਹ 1787 ਦਾ ਜ਼ਿਕਰ ਕਰਦੇ ਹਨ, ਲੇਕਿਨ ਜਿਹੜਾ ਭੰਗਾਣੀ ਦਾ ਯੁੱਧ ਹੈ ਉਹ 1686 ਦੇ ਵਿੱਚ ਹੋਇਆ ਹੈ। ਤੋ ਬਹੁਤੇ ਜਿਹੜੇ ਸਰੋਤ ਹਨ ਸਾਡੇ ਬੰਸਾਵਲੀ ਨਾਮਾ ਅਸੀਂ ਪੜ੍ਹ ਲਈਏ ਜਾਂ ਹੋਰ ਵਿਦਵਾਨਾਂ ਨੂੰ ਪੜ੍ਹਦੇ ਹਾਂ, ਉਹਦੇ ਵਿੱਚ ਜਿਹੜਾ ਜ਼ਿਕਰ ਇਹ ਹੁੰਦਾ ਕਿ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭੰਗਾਣੀ ਦਾ ਯੁੱਧ ਜਿੱਤਿਆ ਸੀ ਉਸੇ ਦਿਨ ਹੀ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਦਾ ਜਨਮ ਹੋਇਆ ਸੀਗਾ। ਸੋ ਖੈਰ ਇਹ ਜਿਹੜਾ ਵਿਸ਼ਾ ਵੱਖਰਾ ਹੈ। ਬਾਬਾ ਅਜੀਤ ਸਿੰਘ ਜੀ ਆਨੰਦਪੁਰ ਸਾਹਿਬ ਰਹੇ ਹਨ, ਜਿੱਥੇ ਉਹਨਾਂ ਨੂੰ ਗੁਰਮਤਿ ਦੀ ਸਿੱਖਿਆ ਅਤੇ ਮਾਰਸ਼ਲ ਆਰਟ ਦੀ ਸਿੱਖਿਆ ਦਿੱਤੀ ਗਈ। ਸਰੀਰ ਕਰਕੇ ਜਦੋਂ ਬਾਬਾ ਅਜੀਤ ਸਿੰਘ ਜੀ ਵੱਡੇ ਹੋਏ ਨੇ ਆਨੰਦਪੁਰ ਸਾਹਿਬ ਤੇ ਸਾਧ ਸੰਗਤ, ਜਦੋਂ ਆਨੰਦਪੁਰ ਸਾਹਿਬ ਦੀਆਂ ਸੰਗਤਾਂ ਕਾਰ ਭੇਟਾ ਲੈ ਕੇ ਆਉਂਦੀਆਂ ਨੇ, ਜਿਹੜੀ ਭੇਟਾ ਲੈ ਕੇ ਆਉਂਦੀਆਂ ਹਨ ਤੇ ਜਿਹੜੇ ਰਸਤੇ ਵਿੱਚ ਡਾਕੂ ਹਨ, ਕੇਸ਼ੋ ਰਾਮ ਰੰਗੜ, ਇਹਨੂੰ ਕੇਸ਼ੋ ਰੰਗੜ ਵੀ ਲਿਖਿਆ ਹੋਇਆ ਹੈ। ਇਹ ਕੇਸ਼ੋ ਰੰਗੜ ਇੱਕ ਡਾਕੂ ਹੈ ਜਿਹੜਾ ਪਹਾੜੀ ਰਾਜਿਆਂ ਦੀ ਸ਼ਹਿ ਉੱਤੇ ਜਿਹੜੀਆਂ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਆਨੰਦਪੁਰ ਸਾਹਿਬ ਭੇਟਾ ਲੈ ਕੇ ਆਉਂਦੀਆਂ ਰਸਤੇ 'ਚ ਲੁੱਟ ਲੈਂਦਾ ਸੀਗਾ। ਹੁਣ ਭੇਟਾ ਕੀ ਚੀਜ਼ ਹੁੰਦੀ ਹੈ? ਭੇਟਾ ਹਮੇਸ਼ਾ ਆਪਣੇ ਤੋਂ ਵੱਡੇ ਨੂੰ ਦਿੱਤੀ ਜਾਂਦੀ ਹੈ। ਅਸੀਂ ਕਈ ਵਾਰ ਕਹਿ ਦਿੰਦੇ ਹਾਂ ਨਾ ਕਿ ਹੁਣ ਇਸ ਪ੍ਰਚਾਰਕ ਜਾਂ ਰਾਗੀ ਸਿੰਘ ਨੂੰ ਗੁਰਦੁਆਰਾ ਸਾਹਿਬ ਵੱਲੋਂ ਸਰਪਾਓ ਕੀ ਕੀਤਾ ਜਾਏਗਾ ਜੀ? ਭੇਟ ਕੀਤਾ ਜਾਏਗਾ। ਅਸੀਂ ਇਹ ਸ਼ਬਦ ਵਰਤਦੇ ਹਾਂ। ਗੱਲ ਇਹ ਵੀ ਸਮਝ ਆ ਜਾਵੇ। ਮੈਂ ਕਹਿੰਦਾ ਜੀ ਸਮਝ ਆਵੇ ਕਥਾ, ਨਹੀਂ ਤੇ ਰੋਲਾ ਹੀ ਹੈ, ਹੋਰ ਕੁਝ ਵੀ ਨਹੀਂ। ਆਖੋ ਸਤਨਾਮ ਸ੍ਰੀ। ਮੈਂ ਇੱਕ ਜਗ੍ਹਾ ਕਥਾ ਕਰ ਰਿਹਾ ਸੀਗਾ ਯੂਪੀ ਦੇ ਲਖਨਊ ਦੇ ਸ਼ਹਿਰ ਵਿੱਚ। ਉੱਥੇ ਦੋ ਪ੍ਰੇਮੀ ਬਹਿੰਦੇ ਸਨ, ਦੋਨੇ ਹੀ ਸਹਿਜਧਾਰੀ ਸੀਗੇ। 5-7 ਪਿੱਛੇ ਬੈਠਦੇ ਸਨ। ਗਰਮੀ ਦਾ ਸਮਾਂ ਸੀਗਾ। ਉਹਨਾਂ ਵਿੱਚੋਂ ਪਿੱਛੇ 2-3 ਤਾਂ ਸੁੱਤੇ ਹੁੰਦੇ ਸੀਗੇ, ਪਰ ਜਿਹੜੇ ਦੋ ਸਾਹਮਣੇ ਮੇਰੇ ਬੈਠਦੇ ਸੀ ਉਹ ਸਿਰ ਹਿਲਾਉਂਦੇ ਸੀ ਔਰ ਮੈਂ ਸਮਝਿਆ ਵੀ ਇਹ ਬੜੇ ਧਿਆਨ ਨਾਲ ਸੁਣ ਰਹੇ। 3 ਦਿਨ ਉਹ ਲਗਾਤਾਰ ਕਥਾ ਸੁਣਦੇ ਰਹੇ। ਚੌਥੇ ਦਿਨ ਮੈਂ ਹੈੱਡ ਗ੍ਰੰਥੀ ਸਾਹਿਬ ਨੂੰ ਪੁੱਛਿਆ, ਮੈਂ ਕਿਹਾ ਵੀ ਬਾਕੀ ਤਾਂ ਨਹੀਂ ਸੁਣਦੇ, ਪਰ ਆ ਦੋ ਜਿਹੜੇ ਸਹਿਜਧਾਰੀ ਮੋਨੇ ਨੇ ਇਹ ਦੋੜੇ ਧਿਆਨ ਨਾਲ ਸੁਣਦੇ, ਸਿਰ ਹਿਲਾ ਰਹੇ ਨੇ, ਹਾਂ 'ਚ ਹਾਂ ਮਿਲਾ ਰਹੇ ਨੇ। ਗਿਆਨੀ ਜੀ ਕਹਿੰਦਾ ਦੋਨੇ ਹੀ ਬੋਲੇ ਨੇ, ਉਹਨਾਂ ਨੂੰ ਕੁਝ ਨਹੀਂ ਸੁਣਾਈ ਦਿੰਦਾ। ਆਖੋ ਸਤਨਾਮ ਸ੍ਰੀ। ਮੈਂ ਕਿਹਾ ਵੀ ਮੈਂ ਬੋਲੀ ਗਿਆ ਤੇ ਗੱਲ ਕਿਸੇ ਦੇ ਸਮਝ ਨਹੀਂ ਆਏਗੀ। ਸਾਧ ਸੰਗਤ ਜਿਹੜੀ ਆਪਾਂ ਕਥਾ ਕਰ ਰਹੇ ਹਾਂ ਪਿਛਲੇ 4 ਦਿਨਾਂ ਤੋਂ, ਕੀ ਤੁਹਾਨੂੰ ਸਮਝ ਆ ਰਹੀ ਸਾਰਿਆਂ ਨੂੰ ਜੀ? ਆ ਰਹੀ ਹੈ ਜੀ? ਤੁਸੀਂ ਚਾਹੁੰਦੇ ਹੋ ਕਿ ਇਤਿਹਾਸ ਆਪਾਂ ਲੜੀਵਾਰ ਹੋਰ ਅੱਗੇ ਰੱਖੀਏ? ਹਾਂ ਚਲੋ ਅੱਛੀ, ਕਿਉਂਕਿ ਸੰਗਤ ਦੇ ਵਿਊ ਵਿਚਾਰ ਲੈਣੇ ਚਾਹੀਦੇ। ਇਹ ਨਾ ਵੀ ਮੈਂ ਥੋਪੀ ਜਾਵਾਂ। ਕਥਾ ਹਮੇਸ਼ਾ ਵਿਚਾਰ ਦਾ ਵਿਸ਼ਾ ਹੈ, ਥੋਪਣ ਦਾ ਵਿਸ਼ਾ ਨਹੀਂ ਹੈ। ਜਦੋਂ ਇਹ ਗੱਲ ਸਮਝ ਆਏਗੀ, ਇਸੇ ਕਰਕੇ ਅਸੀਂ ਪ੍ਰਬੰਧਕ ਕਮੇਟੀ ਦੀ ਪਰਮਿਸ਼ਨ ਦੇ ਨਾਲ 13 ਤਰੀਕ ਨੂੰ ਸੰਡੇ ਸ਼ਾਮ ਨੂੰ 6 ਤੋਂ 8 ਦਾ ਦੀਵਾਨ ਜਿਹੜਾ ਰੱਖਿਆ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਦੇ ਵਿੱਚ, ਸਪੈਸ਼ਲੀ ਬੱਚਿਆਂ ਵਾਸਤੇ ਇਹ ਪ੍ਰੋਗਰਾਮ ਔਰ ਸੰਗਤ ਵਾਸਤੇ ਰਹੇਗਾ। ਤੁਹਾਡੇ ਮਨ ਦੇ ਕੋਈ ਵੀ ਸਵਾਲ ਹੋਣਗੇ ਉਹ ਤੁਸੀਂ ਕਰ ਸਕਦੇ ਹੋ। ਪਿਆਰ ਨਾਲ ਆਖੋ ਸਤਨਾਮ ਸ੍ਰੀ। ਇੱਥੇ ਹੁਣ ਕੇਸ਼ੋ ਰੰਗੜ ਜਿਹੜਾ ਹੈ ਡਾਕੂ ਹੈ ਔਰ ਉਹ ਕਾਰ ਭੇਟਾ ਲੁੱਟ ਲੈਂਦਾ ਹੈ। ਹੁਣ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਪਰਖਣ ਦੇ ਲਈ ਕੇਸ਼ੋ ਜਿਹੜਾ ਰੰਗੜ ਡਾਕੂ ਹੈ ਉਹਨੂੰ ਫੜਨ ਦੇ ਲਈ ਨਾਲ ਬਾਬਾ ਅਜੀਤ ਸਿੰਘ ਤੇ ਭਾਈ ਉਦੇ ਸਿੰਘ, ਇਹਨਾਂ ਦੋਵਾਂ ਨੂੰ ਭੇਜਦੇ ਹਨ ਔਰ ਸਾਹਿਬਜ਼ਾਦਾ ਅਜੀਤ ਸਿੰਘ ਜਾ ਕੇ ਉਸ ਕਾਰ ਭੇਟਾ ਲੁੱਟੀ ਹੋਈ ਸੰਗਤ ਦੀ ਵਾਪਸ ਲਿਆ ਕੇ ਅਤੇ ਕੇਸ਼ੋ ਰੰਗੜ ਦੇ ਡਾਕੂ ਦੇ ਮੁਸ਼ਕਾਂ ਬੰਨ ਕੇ ਉਹਨੂੰ ਗੁਰੂ ਦਰਬਾਰ 'ਚ ਪੇਸ਼ ਕਰਦਾ ਹੈ। ਇਹ ਘਟਨਾ ਬਾਬਾ ਅਜੀਤ ਸਿੰਘ ਦੇ ਜੀਵਨ 'ਚ ਪਹਿਲੀ ਵਾਰ ਹੁੰਦੀ ਹੈ। ਤੇ ਸਾਧ ਸੰਗਤ ਇੱਥੇ ਹੁਣ ਜਦੋਂ ਉਸ ਡਾਕੂ ਨੂੰ ਫੜਿਆ ਜਾਂਦਾ ਹੈ, ਉਸ ਨੂੰ ਮਾਰਿਆ ਨਹੀਂ ਜਾਂਦਾ ਗਾ। ਗੁਰੂ ਸਾਹਿਬ ਮਹਾਰਾਜ ਕਹਿੰਦੇ ਸੰਗਤ ਤੇ ਛੱਡਦੇ ਨੇ, ਸੰਗਤ ਕੀ ਚਾਹੁੰਦੀ ਹੈ?
ਤੇ ਸੰਗਤ ਨੇ ਬੇਨਤੀ ਕਰਕੇ ਆਖਿਆ ਮਹਾਰਾਜ ਵੀ ਸਾਡੀ ਕਾਰ ਭੇਟਾ ਗੁਰੂ ਘਰ ਪਹੁੰਚ ਗਈ ਹੈ ਤੇ ਇਸ ਨੂੰ ਮਾਫ ਕਰ ਦਿੱਤਾ ਜਾਵੇ। ਗੁਰੂ ਸਾਹਿਬ ਨੇ ਮਾਫ ਕਰ ਦਿੱਤਾ ਔਰ ਕੇਸ਼ੋ ਰੰਗੜ ਗੁਰੂ ਘਰ ਦਾ ਪਿਆਰ ਵੇਖ ਕੇ, ਨਿਮਰਤਾ ਵੇਖ ਕੇ ਉਹਨੇ ਚੋਰੀ ਕਰਨੀ ਛੱਡ ਕੇ ਉਹ ਵੀ ਗੁਰੂ ਦਾ ਸਿੱਖ ਬਣ ਗਿਆ ਸੀਗਾ, ਉਹ ਵੀ ਗੁਰੂ ਦਾ ਸਿੱਖ ਬਣ ਗਿਆ। ਕਾਰ ਭੇਟਾ ਜਿਹੜੀ ਹੈ, ਭੇਟਾ ਹਮੇਸ਼ਾ ਵੱਡੇ ਨੂੰ ਦਿੱਤੀ ਜਾਂਦੀ ਹੈ ਤੇ ਅਸੀਂ ਗੁਰੂ ਨੂੰ ਭੇਟ ਕਰ ਸਕਦੇ ਹਾਂ, ਪਰ ਜੋ ਅਸੀਂ ਗੁਰੂ ਤੋਂ ਲੈਣਾ ਉਹ ਭੇਟਾ ਨਹੀਂ ਹੈ, ਉਹ ਗੁਰੂ ਦੀ ਬਖਸ਼ਿਸ਼ ਹੈ। ਕੀ ਹੈ ਜੀ? ਬਖਸ਼ਿਸ਼ ਹੈ। ਤਾਂ ਇਹ ਜਿਹੜੀਆਂ ਚੀਜ਼ਾਂ ਹਨ, ਔਰ ਜੋ ਬਖਸ਼ਿਸ਼ ਕੀਤੀ ਹੈ, ਅਸੀਂ ਆਪਣੇ ਤੋਂ ਛੋਟੇ ਨੂੰ ਦਾਨ ਕਰ ਸਕਦੇ ਹਾਂ, ਆਪਣੇ ਤੋਂ ਵੱਡੇ ਨੂੰ ਦਾਨ ਨਹੀਂ ਕਰ ਸਕਦੇ। ਕਈ ਵਾਰ ਕਹਿੰਦਾ ਨਾ ਕਿ ਜੀ ਮੈਂ ਗੁਰੂ ਘਰ ਕੀ ਕੀਤਾ ਹੈ, ਆਪਾਂ ਸ਼ਬਦ ਵਰਤਦੇ ਨਾ, ਮੈਂ ਗੁਰੂ ਘਰ ਦਾਨ ਕੀਤਾ ਹੈ। ਸਾਧ ਸੰਗਤ, ਗੁਰੂ ਘਰ ਭੇਟ ਹੋ ਸਕਦਾ ਪਰ ਗੁਰੂ ਘਰ ਦਾਨ, ਕਿਉਂਕਿ ਗੁਰੂ ਵੱਡਾ ਹੈ ਔਰ ਅਸੀਂ ਛੋਟੇ ਹਾਂ। ਦਾਨ ਹਮੇਸ਼ਾ ਛੋਟੇ ਨੂੰ ਦਿੱਤਾ ਜਾਂਦਾ ਹੈ ਔਰ ਬਖਸ਼ਿਸ਼ ਲਈ ਜਾਂਦੀ ਹੈ। ਇਹ ਚੀਜ਼ਾਂ ਦਾ ਸਾਨੂੰ ਖਿਆਲ ਰੱਖਣਾ ਚਾਹੀਦਾ ਹੈ। ਕਹਿੰਦਾ ਲਫ਼ਜ਼ ਹੀ ਇੱਕ ਐਸੀ ਚੀਜ਼ ਹੈ, ਗੱਲ ਸ਼ਬਦਾਂ ਦੀ ਹੈ। लफ्ज ही एक ऐसी चीज है, या तो आदमी दिल में उतर जाता है या फिर दिल से उतर जाता है। गल शब्दां दी है। टूटे रिश्ते ना बने तो वो खुदाई किस काम की, मंजिल तक तो हमने भी जाना है, जहां से अपना भाई नजर ना आए वो ऊंचाई किस काम की। कहंदा ਉਹ ਉਚਾਈਆਂ ਕਿਸ ਕੰਮ ਦੀਆਂ ਜਿੱਥੇ ਆਪਣਿਆਂ ਨੂੰ ਅਸੀਂ ਨਹੀਂ ਸੰਭਾਲਿਆਗਾ। ਇੱਥੇ ਬਾਬਾ ਅਜੀਤ ਸਿੰਘ ਦੇ ਜੀਵਨ ਦੇ ਵਿੱਚ ਪਹਿਲੀ ਘਟਨਾ ਵਾਪਰਦੀ ਹੈ। ਹੁਣ ਇੱਥੇ ਪਹਾੜੀ ਰਾਜਿਆਂ ਦੀ ਸ਼ਹਿ ਦੇ ਉੱਤੇ ਦੋ ਡਾਕੂ ਹੋਰ ਨੇ, ਇੱਕ ਚਿੱਤਾ ਮੱਲ ਹੈ ਤੇ ਇੱਕ ਮਿੱਤੂ ਰਾਮ ਰੰਗੜ ਹੈ। ਇਹ ਵੀ ਪਹਾੜੀ ਰਾਜਿਆਂ ਨੇ ਖੁੱਲੀ ਛੂਟ ਦੇ ਰੱਖੀ ਸੀ ਕਿ ਤੁਸੀਂ ਲੁੱਟੋ, ਅਸੀਂ ਤੁਹਾਡੇ ਤੇ ਕੋਈ ਕਾਰਵਾਈ ਨਹੀਂ ਕਰਾਂਗੇ। ਇਹ ਜਿਹੜਾ ਮਿੱਤੂ ਮੱਲ ਹੈ ਔਰ ਚਿੱਤਾ ਮੱਲ ਜਿਹੜੇ ਹਨ, ਇਹਨਾਂ ਦੋਨਾਂ ਨੇ ਜਿਹੜੇ ਗੁਰੂ ਕੇ ਸਿੱਖ ਆਉਂਦੇ ਸਨ, ਇੰਨੀ ਲੁੱਟ ਖਸੁੱਟ ਮਚਾਈ ਕਿ ਕਈ ਸਿੱਖਾਂ ਨੂੰ ਵੀ ਸ਼ਹੀਦ ਕਰ ਦਿੱਤਾ ਇਹਨਾਂ ਨੇ। ਹੁਣ ਜਦੋਂ ਗੁਰੂ ਘਰੇ ਖਬਰਾਂ ਪਹੁੰਚੀਆਂ ਤੇ ਹੁਣ ਗੁਰੂ ਗੋਬਿੰਦ ਸਿੰਘ ਜੀ ਦੂਸਰੀ ਵਾਰ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਬਾਬਾ ਬਚਿੱਤਰ ਸਿੰਘ ਦੇ ਨਾਲ ਭੇਜ ਦਿੰਦੇ ਨੇ। ਉੱਥੇ ਇਹ ਜੰਗ ਹੁੰਦੀ ਹੈ। ਜੰਗ ਦੇ ਵਿੱਚ ਇਹ ਦੋਨੇ ਡਾਕੂ ਮਾਰੇ ਜਾਂਦੇ ਹਨ ਜਿਹੜੇ ਗੁਰੂ ਘਰ ਨੂੰ ਲੁੱਟਦੇ ਸੀ। ਦੂਸਰੀ ਘਟਨਾ ਬਾਬਾ ਅਜੀਤ ਸਿੰਘ ਦੇ ਲਈ ਜੀਵਨ 'ਚ ਵਾਪਰਦੀ ਹੈ। ਤੇ ਸਾਧ ਸੰਗਤ, ਤੀਜੀ ਵਾਰ ਫਿਰ ਇੱਕ ਬ੍ਰਾਹਮਣ ਆਉਂਦਾ ਹੈ ਜਿਸ ਦੀ ਪਤਨੀ ਨੂੰ ਮੁਗਲ ਚੁੱਕ ਕੇ ਲੈ ਜਾਂਦੇ ਹਨ। ਤੇ ਉੱਥੇ ਫਿਰ ਬਾਬਾ ਅਜੀਤ ਸਿੰਘ ਖੜੇ ਹੋਏ ਨੇ ਦਰਬਾਰ ਦੇ ਅੰਦਰ, ਤੇ ਜਦੋਂ ਚੁੱਕ ਕੇ ਲੈ ਜਾਂਦੇ ਨੂੰ ਬੇਨਤੀ ਕਰਦਾ ਮਹਾਰਾਜ ਗੁਰੂ ਗੋਬਿੰਦ ਸਿੰਘ ਨੂੰ ਕਿ ਮੇਰੀ ਪਤਨੀ ਨੂੰ ਛੁਡਵਾਇਆ ਜਾਏ। ਗੁਰੂ ਸਾਹਿਬ ਜੀ ਕਹਿੰਦੇ ਕੰਮ ਕੀ ਕਰਦਾ ਹੈ? ਕਹਿੰਦਾ ਜੀ ਮੈਂ ਦੁਕਾਨਦਾਰ ਹਾਂ। ਮਹਾਰਾਜ ਜੀ ਕਹਿੰਦੇ ਤੂੰ ਸ਼ਮਸ਼ੀਰ ਫੜ ਕੇ ਦੇਖ ਆਪਣੇ ਹੱਥ ਦੇ ਵਿੱਚ ਤੇ ਤੂੰ ਵੀ ਮੁਕਾਬਲਾ ਕਰ ਲਾ। ਕਹਿੰਦਾ ਮਹਾਰਾਜ ਮੈਂ ਤਾਂ ਡਰਦਾ ਕਦੇ 3 ਇੰਚ ਦਾ ਚਾਕੂ ਨਹੀਂ ਫੜਦਾ, ਤੁਸੀਂ ਸ਼ਮਸ਼ੀਰ ਦੀ ਗੱਲ ਕਰ ਰਹੇ ਹੋ। ਤੇ ਗੁਰੂ ਸਾਹਿਬ ਪਾਤਸ਼ਾਹ ਮਹਾਰਾਜ ਨੇ ਫਿਰ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਭੇਜਿਆ ਹੈ, ਉਹਦੀ ਪਤਨੀ ਨੂੰ ਛੁਡਾ ਕੇ ਲੈ ਕੇ ਆਉਂਦੇ ਹਨ। ਇੱਥੋਂ ਫਿਰ ਹਸਨ ਅਲੀ ਜਿਹੜਾ ਹੈ, ਜਿਸ ਨੂੰ ਸੈਯਦ ਵੀ ਲਿਖਿਆ ਹੈਗਾ ਕਈ ਸਰੋਤਾਂ ਦੇ ਅੰਦਰ, ਜਿਹੜਾ ਸਮਾਣੇ ਦਾ ਰਹਿਣ ਵਾਲਾ ਸੀ, ਔਰੰਗਜ਼ੇਬ ਤੋਂ ਜਿਹੜੀ ਚਿੱਠੀ ਲੈ ਕੇ ਜਾਂਦਾ ਆਨੰਦਪੁਰ ਸਾਹਿਬ ਹਸਨ ਅਲੀ, ਜਿਸ ਦੇ ਵਿੱਚ ਔਰੰਗਜ਼ੇਬ ਨੇ ਕੁਰਾਨ ਸ਼ਰੀਫ ਦੀਆਂ ਆਇਤਾਂ ਲਿਖੀਆਂ ਸਨ ਗੁਰੂ ਗੋਬਿੰਦ ਸਿੰਘ ਜੀ ਨੂੰ ਕਿ ਅਸੀਂ ਕੁਰਾਨ ਦੀ ਕਸਮ ਖਾਂਦੇ ਹਾਂ ਕਿ ਤੁਸੀਂ ਆਨੰਦਪੁਰ ਸਾਹਿਬ ਛੱਡ ਦਿਓ, ਤੁਹਾਡੇ ਤੇ ਹਮਲਾ ਨਹੀਂ ਕੀਤਾ ਜਾਏਗਾ। ਇਹ ਜਿਹੜਾ ਹਸਨ ਅਲੀ ਜਦੋਂ ਆਨੰਦਪੁਰ ਸਾਹਿਬ ਪਹੁੰਚਦਾ ਹੈ, ਇਹਨੂੰ ਇਲਾਇਚੀ ਜਾਂ ਆਪਾਂ ਰਾਜਦੂਤ ਕਹਿ ਸਕਦੇ ਹਾਂ ਸੌਖੇ ਸ਼ਬਦਾਂ ਦੇ ਅੰਦਰ। ਔਰ ਜਿਹੜੇ ਇਲਾਇਚੀ ਹੁੰਦੇ ਸਨ ਜਾਂ ਜਿਹੜੇ ਰਾਜਦੂਤ ਹੁੰਦੇ ਸਨ, ਜਿਹੜੇ ਵਿਚੋਲੇ ਹੁੰਦੇ ਸਨ, ਭਾਵੇਂ ਦੁਸ਼ਮਣੀ ਕਿੰਨੀ ਵੀ ਵੱਡੀ ਹੋਵੇ, ਇਹਨਾਂ ਤੇ ਹਮਲਾ ਨਹੀਂ ਕੀਤਾ ਜਾਂਦਾ ਕਦੇ ਵੀ। ਜਿਹੜੇ ਵਿਚੋਲੇ ਹੁੰਦੇ ਨੇ, ਕਿਉਂਕਿ ਸਰਦਾਰ ਭੁਪਿੰਦਰ ਸਿੰਘ ਜੀ ਆਰਮੀ ਆਫੀਸਰ ਰਿਟਾਇਰਡ ਨੇ, ਇਹਨਾਂ ਨੂੰ ਆਈ ਥਿੰਕ ਮੇਰਾ ਖਿਆਲ ਜ਼ਿਆਦਾ ਜਾਣਕਾਰੀ ਹੋਏਗੀ ਕਿ ਜਿਹੜੇ ਇਲਾਇਚੀ ਹੁੰਦੇ ਨੇ ਜਾਂ ਜਿਹੜੀਆਂ ਕੰਟਰੀਆਂ ਦਾ ਸਮਝੌਤਾ ਹੁੰਦਾ ਹੈ, ਉਹਨਾਂ ਦੇ ਵਿੱਚ ਜਿਹੜੇ ਵਿਚੋਲੀਏ ਭੇਜੇ ਜਾਂਦੇ ਹਨ, ਉਹਨਾਂ ਤੇ ਹਮਲਾ ਨਹੀਂ ਕੀਤਾ ਜਾਂਦਾ। ਉਹਨਾਂ ਦੀ ਸੁਰੱਖਿਆ ਉਸੇ ਮੁਲਕ ਦੀ ਹੁੰਦੀ ਹੈ ਜਿਸ ਮੁਲਕ ਵਿੱਚ ਉਹ ਜਾਂਦਾ ਹੈਗਾ ਜਾਂ ਉਹਨਾਂ ਦਾ ਬੰਦਾ ਹੁੰਦਾ ਹੈ। ਪਰ ਪਹਾੜੀ ਰਾਜਿਆਂ ਨੇ, ਰਾਜਪੂਤ ਰਾਜਿਆਂ ਨੇ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ, ਜਿਹੜਾ ਪਹਾੜੀ ਰਾਜਾ ਹੈ ਜੈ ਸਿੰਘ ਕੋਲ 4 ਰਾਜਦੂਤ, 4 ਵਿਚੋਲੇ ਭੇਜੇ ਸਨ ਕਿ ਇਸ ਵਕਤ ਅਗਰ ਪਹਾੜੀ ਰਾਜੇ ਖਾਲਸਾ ਰਾਜਾਂ ਦੀ, ਸਿੱਖ ਰਾਜ ਦੀ ਮਦਦ ਕਰਨ ਤਾਂ ਅਸੀਂ ਮੁਗਲਾਂ ਨੂੰ ਜੜੋਂ ਹੀ ਖਤਮ ਕਰ ਸਕਦੇ ਹਾਂ। ਉਹਨਾਂ ਪਹਾੜੀ ਰਾਜਿਆਂ ਨੇ, ਜਿਹੜਾ ਫਰਖਸ਼ੀਰ ਦੇ ਗੁਲਾਮ ਸਨ ਪਹਾੜੀ ਰਾਜੇ,
ਔਰ ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਭੇਜੇ ਹੋਏ 4 ਵਿਚੋਲੇ ਮਾਰ ਦਿੱਤੇ ਸਨ ਔਰ ਚਿੱਠੀ ਲਿਖੀ ਸੀ ਕਿ ਅਸੀਂ ਇਹਨਾਂ ਨੂੰ ਖਤਮ ਕਰ ਦਿੱਤਾ ਹੈ। ਇਹ ਪਹਿਲੀ ਵਾਰ ਰਾਜਪੂਤ ਰਾਜਿਆਂ ਨੇ ਕੀਤਾ। ਖੈਰ ਮੈਂ ਫਿਰ ਵਾਪਸ ਆਵਾਂ, ਪਿਆਰ ਨਾਲ ਆਖੋ ਸਤਨਾਮ ਸ੍ਰੀ। ਇਹ ਹਸਨ ਅਲੀ ਜਿਹੜਾ ਹੈ ਇਹ ਚਿੱਠੀ ਲੈ ਕੇ ਆਨੰਦਪੁਰ ਸਾਹਿਬ ਪਹੁੰਚਦਾ ਹੈ ਤੇ ਇਹ ਔਰੰਗਜ਼ੇਬ ਰਾਜੇ ਦਾ ਭੇਜਿਆ ਹੋਇਆ ਇਲਾਇਚੀ ਹੈ ਔਰ ਗੁਰੂ ਗੋਬਿੰਦ ਸਿੰਘ ਨਾਲ ਬੜੇ ਹੰਕਾਰ 'ਚ ਗੱਲ ਕਰ ਰਿਹਾ ਹੈ ਕਿ ਮੈਂ ਇੱਕ ਬਾਦਸ਼ਾਹ ਦਾ ਭੇਜਿਆ ਹੋਇਆ ਵਾਂ ਔਰ ਸਾਡਾ ਰਾਜ ਹੈ। ਗੁਰੂ ਸਾਹਿਬ ਜੀ ਪਿਆਰ ਦੀ ਗੱਲ ਕਰ ਰਹੇ ਨੇ। ਇਹਨੇ ਬੋਲ ਕਬੋਲ ਕਈ ਬੋਲੇ ਔਰ ਸਾਹਿਬਜ਼ਾਦਾ ਅਜੀਤ ਸਿੰਘ ਨੇ ਤਲਵਾਰ ਕੱਢ ਲਈ ਕਿ ਗੁਰੂ ਪਿਤਾ ਜੀ ਦੇ ਅੱਗੇ ਤੂੰ ਇਦਾਂ ਦੇ ਬੋਲ ਰਿਹਾ। ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਨਹੀਂ, ਇਹਦੀ ਸੁਰੱਖਿਆ ਸਾਡੀ ਜ਼ਿੰਮੇਵਾਰੀ ਹੈ। ਘਰ ਆਏ ਮਹਿਮਾਨ ਤੇ ਕਦੇ ਹਮਲਾ ਨਹੀਂ ਕੀਤਾ ਜਾਂਦਾਗਾ। ਹੁਣ ਇਹ ਜਿਹੜੀਆਂ ਘਟਨਾਵਾਂ ਬਾਬਾ ਅਜੀਤ ਸਿੰਘ ਜੀ ਦੇ ਜੀਵਨ ਵਿੱਚ ਵਾਪਰਦੀਆਂ ਹਨ, ਜਿਨ੍ਹਾਂ ਨੂੰ ਮਾਰਸ਼ਲ ਆਰਟ ਦੀ ਸਿੱਖਿਆ ਦਿੱਤੀ ਜਾਂਦੀ ਹੈ, ਤਲਵਾਰਬਾਜ਼ੀ ਦੀ, ਘੋੜਸਵਾਰੀ ਦੀ, ਤੀਰ ਅੰਦਾਜ਼ੀ ਦੀ ਔਰ ਗੁਰਬਾਣੀ ਦੀ ਸਿੱਖਿਆ, ਕੀਰਤਨ ਦੀ ਸਿੱਖਿਆ ਦਿੱਤੀ ਜਾਂਦੀ ਹੈ। ਤੇ ਸਾਧ ਸੰਗਤ, ਭਾਵੇਂ ਅਸੀਂ ਅੱਜ ਬਾਬਾ ਜੀਤ ਸਿੰਘ ਜੀ ਦਾ ਜਨਮ ਦਿਨ ਮਨਾ ਰਹੇ ਹਾਂ, ਪਰ ਆਹ ਚੀਜ਼ਾਂ ਸਾਡੇ ਘਰਾਂ ਦੇ ਵਿੱਚੋਂ ਵੀ ਅਲੋਪ ਹੋ ਗਈਆਂ ਤੇ ਸਾਡੇ ਬੱਚਿਆਂ 'ਚ ਵੀ ਅਲੋਪ ਹੋ ਗਈਆਂ ਨੇ। ਆਖੋ ਸਤਨਾਮ ਸ੍ਰੀ। ਇਹ ਚੀਜ਼ਾਂ ਸਾਨੂੰ ਲੋੜ ਹੈ ਕਿ ਆਪਣੇ ਬੱਚਿਆਂ ਨੂੰ ਅਸੀਂ ਗੱਤਕੇ ਦੀ ਸਿੱਖਿਆ ਦਈਏ, ਉਹਨਾਂ ਨੂੰ ਗੁਰਬਾਣੀ ਦੀ ਸਿੱਖਿਆ ਦਈਏ। ਹਰ ਇੱਕ ਤਰ੍ਹਾਂ ਦੀ ਸਿੱਖਿਆ ਸਾਡੇ ਬੱਚੇ ਕੋਲ ਹੋਣੀ ਚਾਹੀਦੀ ਹੈ। ਕਹਿੰਦਾ ਕਦੇ ਬਣਦੇ ਨਹੀਂ ਇਤਿਹਾਸ ਇਸ ਗੱਲੋਂ ਕਿ ਅਸੀਂ ਬਹੁਤੇ ਰਾਜਿਆਂ ਦੇ ਪੂਰ ਜੰਮੇ। ਆਉਣ ਵਾਲੀਆਂ ਨਸਲਾਂ ਨੇ ਪੁੱਛਣਾ ਹੈ ਕਿਹੜੀ ਕੌਮ ਨੇ ਬਹੁਤੇ ਮਨਸੂਰ ਜੰਮੇ। ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਪੁੱਛਣਾ ਹੈ ਕਿ ਸਾਡੇ ਲਈ ਤੁਸੀਂ ਕੀ ਕਰਕੇ ਗਏ ਸੀ। ਤੋ ਸਾਧ ਸੰਗਤ, ਹੁਣ ਜਿਹੜੀ ਬਾਬਾ ਅਜੀਤ ਸਿੰਘ ਜੀ ਨੇ ਜੰਗ ਲੜੀ ਹੈ, ਚਮਕੌਰ ਦੀ ਜੰਗ ਹੈ। जब रन अजीत जीत के तशरीफ लाएंगे, अग्गा वही साथ जिस घड़ी जुजार आएंगे, करके गिला हर एक से रूठ जाएंगे, माता कभी पिता कभी भाई मनाएंगे। जिहड़ी चमकौर दी जंग लड़ी गई है, ये दुनिया दी वाज एक ऐसी जंग सी साध संगत कि दुनिया विच ऐसा कदे पहला नहीं होया सीगा कि चमकौर दी जंग विच 40 सिख और 10 लाख का मुकाबला किया होवे। गुरु गोबिंद सिंह पारा जी ने कहा सी जफरनामे दे अंदर, औरंगजेब जदों 40 सिख भुखण पाने होण, उन्हां उत्ते 10 लाख दी फौज हमला कर देवे, उस वक्त तलवार ते हथ रखना जायज सीगा। चूकार अज हम हील ते दरगुजस्त हलाल अस्त बुरदन बा शमशीर दस्त, गुरसना चुकारे कुनंद चेल नर के दालक बराजद बरो बेखबर। कि अचनचेत आके 40 दे उपर 10 लाख दी फौज हमला कर देवे ते फिर वो की करदे सन? उन्होंने ओही कीता जो जायज समझिया सीगा। औरंगजेब, तू सोचिया सीगा कि मेरे सिखां नूं मार देगा, तेरे कोल फौज सीगी। ते साध संगत, गुरु साहब ने कहा सी औरंगजेब, जो मनुख शेर दी शरण लै लवे, कसे पुष्ट उपदद पसे शेर नर, नरीगद बुझो मेशू आहू गुजर। कहंदे जो मनुख शेर दी शरण लै लवे औरंगजेब, ते उस वक्त तेरे वर्गा गिद्दड़ और तेरे वर्गी भेड़, तेरे वर्गी लूंबड़ी ओदा कुछ भी बिगाड़ नहीं सकती, क्योंकि मैं अकाल पुरख वाहेगुरु दी शरण लई सीगी। कमाले करामात कायम करीम, रजा बख्श राज करे हाकू रहीम। अम्मा बख्शो बख्शंदो दस्तगीर, खता बख्श रोजी देहो दिल पजीर, जो औखे वेले बांह फड़न वाला है। रोजी रजा कह के रीमै रिहा कह के पाक बेऐब है, कि गैबुल गैब है, कि अफुल गुनाह है, कि शाहनशाह है, कि कारण कनिंद है, कि रोजी दहंद है। कोई दुनिया की ताकत किसी की रोटी नहीं खो सकती जो इसनों परमात्मा देने वाला होवे। जिसदा साहिब डाडा होए तिसनों मार ना सके कोई। मैनूं किसी की गल बड़ी सुंदर लगी, कहंदा करोना ना दिखण वाला, करोना ना दिखण वाला अगर तुहानू डरा सकता है, और याद रखना परमात्मा ना दिखण वाला तुहानू बचा भी सकता है। जो ना दिखण वाला तुहानू डरा सकता है, जो परमात्मा दिखाई नहीं देंदा वो तुहानू बचा भी सकता है। जिसदा साहिब डाडा होए तिसनू मार ना सके कोई। चमकौर दी जंग दे विच सब तो पहला जदों गुरु गोबिंद सिंह ने आनंदपुर साहिब दा किला छड्डिया और पहला जत्था अपने पुत्र अजीत सिंह दा भेजिया सीगा, जिथे 100 सिख भेजे सी कि शाही टिब्बी ते जाके पहला तुसीं इहदी विਉਂਤਬੰਦੀ करनी है। इत्थे फिर जदों चमकौर दी जंग पहुंचण दी गल आउंदी है, आनंदपुर साहिब तो सरसा नदी पार हुंदी है, उस बड़े सारे सिख शहीद हुंदे ने।
ਤੇ ਗੁਰੂ ਸਾਹਿਬ ਜੀ ਸਰਸਾ ਪਾਰ ਕਰ ਜਾਂਦੇ ਨੇ, ਲੇਕਿਨ ਸਾਹਿਬਜ਼ਾਦਾ ਅਜੀਤ ਸਿੰਘ ਪਿੱਛੇ ਰਹਿ ਜਾਂਦੇ ਹਨ। ਤੇ ਜਦੋਂ ਸਾਹਿਬਜ਼ਾਦਾ ਅਜੀਤ ਸਿੰਘ ਸਰਸਾ ਪਾਰ ਕਰਦੇ ਨੇ, ਕੀ ਦੇਖਦੇ ਨੇ? ਘੋੜੇ ਦੇ ਉੱਤਰ ਬਾਬਾ ਬਚਿੱਤਰ ਸਿੰਘ ਦੀ ਅੱਧ-ਮੋਈ ਲਾਸ਼ ਪਈ ਹੁੰਦੀ ਹੈ। ਘੋੜੇ ਦੇ ਉੱਪਰ ਰੱਖ ਕੇ ਪਾਰ ਕਰਕੇ ਲੈ ਕੇ ਆਉਂਦੇ ਨੇ, ਜਿਹੜੀ ਕੋਟਲਾ ਨਿਹੰਗ ਖਾਂ ਦੇ ਵਿੱਚ ਬਾਬਾ ਬਚਿੱਤਰ ਸਿੰਘ ਸ਼ਹੀਦ ਹੁੰਦੇ ਨੇ। ਜਦੋਂ ਗੁਰੂ ਗੋਬਿੰਦ ਸਿੰਘ ਚਮਕੌਰ ਦੀ ਗੜੀ 'ਚ ਜਾਂਦੇ ਨੇ, ਉੱਥੇ ਫਿਰ ਵਿਦਵਾਨਾਂ ਨੇ ਲਿਖਿਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਕਮਰ ਕੱਸੇ 'ਚੋਂ ਕੱਢ ਕੇ ਇੱਕ ਖੰਜਰ ਦੇ ਨਾਲ ਮਿੱਟੀ ਦੀ ਦਲੀ ਕੱਢ ਕੇ ਮਸਲ ਕੇ ਇਸ ਨੂੰ ਫੂਕ ਮਾਰ ਕੇ ਉੱਪਰ ਉਡਾਇਆ ਸੀਗਾ। ਸਿੱਖਾਂ ਨੇ ਪੁੱਛਿਆ, ਮਹਾਰਾਜ ਇਹ ਭੇਦ ਸਮਝ ਨਹੀਂ ਆਇਆ। ਗੁਰੂ ਗੋਬਿੰਦ ਸਿੰਘ ਨੇ ਕਿਹਾ ਸੀ ਕਿ ਅੱਜ ਦੀ ਰਾਤ ਦੁਨੀਆ ਦੇ ਲੋਕ ਇਸ ਨੂੰ ਕੱਚੀ ਗੜੀ ਆਖਦੇ ਹਨ, ਲੇਕਿਨ ਕੱਲ ਜਦੋਂ ਖਾਲਸੇ ਦਾ ਇਮਤਿਹਾਨ ਹੋਏਗਾ, ਦੁਨੀਆ ਦੇ ਵੱਡੇ ਵੱਡੇ ਕਿਲੇ ਇਹਦੇ ਅੱਗੇ ਝੁਕਿਆ ਕਰਨਗੇ। ਇਹ ਸਾਡਾ ਇਤਿਹਾਸ ਹੈ। 4 ਚੀਜ਼ਾਂ ਇਤਿਹਾਸ ਵਿੱਚ ਮੇਨ ਹੁੰਦੀਆਂ ਨੇ, ਇੱਕ ਸਥਾਨ, ਇੱਕ ਸ਼ਖਸੀਅਤ। ਗੱਲ ਧਿਆਨ ਨਾਲ ਸੁਣਿਓ, ਪਿਆਰ ਨਾਲ ਆਖੋ ਸਤਨਾਮ ਸ੍ਰੀ। ਇੱਕ ਸਥਾਨ ਹੈ, ਇੱਕ ਸ਼ਖਸੀਅਤ ਹੈ, ਇੱਕ ਸ਼ਾਦੀ ਹੈ, ਇੱਕ ਸਰੋਤ ਹੈ। ਸ਼ਾਦੀ ਕਹਿੰਦੇ ਨੇ ਗਵਾਹ ਨੂੰ, ਸ਼ਾਦੀ ਕਹਿੰਦੇ ਨੇ ਗਵਾਹ ਨੂੰ, ਜਿਹੜਾ ਗਵਾਹ ਹੋਵੇ। ਦੁਨੀਆ 'ਚ 2 ਚੀਜ਼ਾਂ ਖਤਮ ਹੋ ਜਾਂਦੀਆਂ ਨੇ, ਸ਼ਖਸੀਅਤ ਜਿਸ ਦੇ ਬਾਰੇ ਗੱਲ ਕਰ ਰਹੇ ਹਾਂ ਬਾਬਾ ਅਜੀਤ ਸਿੰਘ ਦੀ, ਜੋ ਇਸ ਦੁਨੀਆ 'ਚ ਅੱਜ ਨਹੀਂ ਰਹੇਗੇ। ਸ਼ਾਦੀ ਜਿਸ ਨੇ ਉਸ ਦੀ ਗਵਾਹੀ ਭਰੀ, ਉਹਦੇ ਬਾਰੇ ਲਿਖਿਆ ਹੋਇਆ, ਉਹ ਵੀ ਦੁਨੀਆ 'ਚ ਅੱਜ ਨਹੀਂ ਰਿਹਾ। ਹੁਣ 2 ਚੀਜ਼ਾਂ ਰਹਿ ਗਈਆਂ, ਇੱਕ ਸਥਾਨ ਰਹਿ ਗਿਆ, ਇੱਕ ਸਰੋਤ ਰਹਿ ਗਿਆ, ਜਿਹੜਾ ਉਹਨਾਂ ਜੋ ਸ਼ਾਦੀ ਗਵਾਹ ਲਿਖ ਕੇ ਗਿਆ ਉਹਨਾਂ ਬਾਰੇ। ਅੱਜ ਸਿੱਖ ਕੌਮ ਕੋਲ ਨਾ ਸਥਾਨ ਰਹੇ ਤੇ ਨਾ ਸਰੋਤ ਰਹੇ। ਅੱਜ ਸਾਨੂੰ ਸੰਗਮਰਮਰ ਦੀ, ਸੋਨੇ ਦੀ, ਚਮਕੌਰ ਦੀ ਗੜੀ ਨਹੀਂ ਚਾਹੀਦੀ ਸੀ, ਅੱਜ ਸਾਨੂੰ ਕੱਚੀ ਦੀਵਾਰਾਂ ਦੀ ਮਿੱਟੀ ਵਾਲੀ ਗੜੀ ਚਾਹੀਦੀ ਸੀਗੀ। ਸਾਡੇ ਬੱਚੇ ਉਹਨਾਂ ਨੂੰ ਦੇਖਦੇ। ਜਦੋਂ ਰਸ਼ੀਆ ਦੇ ਉੱਪਰ ਹਮਲਾ ਕੀਤਾ ਹੈ ਪੋਲਿਸ਼ ਲੋਕਾਂ ਨੇ, ਇਤਿਹਾਸ ਦੀਆਂ ਜੰਗਾਂ ਹਨ, ਜਦੋਂ ਰਸ਼ੀਆ ਤੋਂ ਰਾਜ ਪੋਲੈਂਡ ਦੇ ਗੋਰਿਆਂ ਨੇ ਲਿਆ ਹੈ, 11 ਸਾਲ ਦੇ ਬੱਚਿਆਂ ਨੇ ਵੀ AK-47 ਚਲਾਈਆਂ ਸਨ, ਔਰ ਅੱਜ ਉਹਨਾਂ ਨੇ ਆਪਣੇ ਬੱਚਿਆਂ ਦੀਆਂ ਮੂਰਤੀਆਂ ਬਣਾ ਕੇ ਉਹਦਾ ਮਿਊਜ਼ੀਅਮ ਬਣਾਇਆ ਹੋਇਆ ਹੈ, ਔਰ ਹਰ ਸਾਲ ਛੁੱਟੀਆਂ ਵਿੱਚ ਉਹ ਆਪਣੇ ਸਕੂਲ ਦੇ ਬੱਚਿਆਂ ਨੂੰ ਆਪਣੇ ਸ਼ਹੀਦਾਂ ਦੀ ਯਾਦਗਾਰ ਵਿਖਾਉਂਦੇ ਹਨ, ਆਪਣੇ ਸ਼ਹੀਦਾਂ ਦੀ ਯਾਦਗਾਰ ਦਿਖਾਉਂਦੇ ਹਨ। ਲੇਕਿਨ ਬਦਕਿਸਮਤੀ ਏਡੀ ਸਾਡੀ ਕੌਮ ਦੀ ਕਿ ਸਾਡੇ ਬਹੁਤੇ, ਸਾਰੇ ਬਾਬੇ ਮਾੜੇ ਨਹੀਂ ਹੁੰਦੇਗੇ, ਸਾਰੇ ਮਾੜੇ ਨਹੀਂ ਹੁੰਦੇ, ਅਸੀਂ ਸਾਰਿਆਂ ਨੂੰ ਇੱਕ ਹੀ ਰੱਸੇ 'ਚ ਕਹਿ ਦਿੰਦੇ ਹਾਂ। ਬਹੁਤੇ ਬਾਬਿਆਂ ਨੇ ਜਿਨ੍ਹਾਂ ਨੇ ਬਿਲਡਿੰਗਾਂ ਬਣਾਈਆਂ, ਸਾਡੀ ਕੌਮ ਦਾ ਇਤਿਹਾਸ ਹੀ ਖਤਮ ਕਰਕੇ ਰੱਖ ਦਿੱਤਾ। ਆਖੋ ਸਤਨਾਮ ਸ੍ਰੀ। ਸੋ ਅੱਜ ਉਹ ਮਹਾਨ ਜਰਨੈਲ, ਮਹਾਨ ਯੋਧਾ, ਮਹਾਨ ਸ਼ਹੀਦ ਜਿਨ੍ਹਾਂ ਦਾ ਅਸੀਂ ਜਨਮ ਦਿਨ ਮਨਾ ਰਹੇ ਹਾਂ, ਗੁਰੂ ਬਖਸ਼ਿਸ਼ ਕਰਨ ਸਾਡੀ ਕੌਮ ਨੂੰ ਸੇਧ ਆਵੇ। ਸਮੇਂ ਦੀ ਸਮਾਪਤੀ ਹੈ। ਇਹਨਾਂ ਵਿਚਾਰਾਂ ਦੇ ਨਾਲ ਕੱਲ ਦੇ ਦੀਵਾਨ ਵਿੱਚ ਆਪਾਂ ਫਿਰ 1739 ਤੋਂ ਹੀ ਸ਼ੁਰੂ ਕਰਾਂਗੇ। ਸੋ ਸੰਗਤ ਨੂੰ ਹੱਥ ਜੋੜ ਕੇ ਬੇਨਤੀ, ਮੇਰੀਆਂ ਭੈਣਾਂ ਨੂੰ ਜੋ ਨੌਕਰੀ ਵਾਲੇ ਹਨ, ਬਿਜ਼ਨਸਮੈਨ ਹਨ, ਸਮਾਂ ਕੱਢ ਰਹੇ ਹੋ ਤੁਸੀਂ ਸਾਰੇ, ਸੋ ਸਾਰੀ ਪ੍ਰਬੰਧਕ ਕਮੇਟੀ ਦਾ ਬਹੁਤ ਵੱਡਾ ਸਹਿਯੋਗ ਹੈ। ਇਸੇ ਤਰ੍ਹਾਂ ਜੁੜਨ ਦੀ ਕਿਰਪਾਲਤਾ ਕਰਨੀ। ਬਲਾਓ ਫਤਿਹ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। परम सत्कारयोग गुरु रूप साध संगत, वाहेगुरु जी का खालसा, वाहेगुरु जी की फतेह। साध संगत जी बड़े भागी हो आप सब, तनता दे योग हो जो रोजाना अमृत वेले गुरु दरबार दी हाजिरियां भर रहे हो अते चल रही लड़ीवार जो कथा दी विचार है उसनूं आप समय सिर हाजिर भर के उसनूं सरल करन दी कृपा कर रहे हो। सतगुरु कृपा करन आप इस तरह हीनता पति अपना अमृत वेला संभालते रहो ਅਤੇ ਗੁਰੂ ਚਰਨਾਂ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਨੂੰ ਦਿਓ, ਕਿਉਂਕਿ ਬਾਣੀ ਦਾ ਫਰਮਾਨ ਵੀ ਹੈ, ਸਭ ਤੋਂ ਵੱਡੇ ਭਾਗ ਗੁਰਸਿੱਖਾਂ ਦੇ ਜੋ ਗੁਰੂ ਚਰਨੀ ਸਿੱਖ ਪੜ੍ਹਦੇ। ਗੁਰਸਿੱਖਾਂ ਦੇ ਸਭ ਤੋਂ ਵੱਡੇ ਭਾਗ ਹਨ ਜੋ ਆਪ ਅੰਮ੍ਰਿਤ ਵੇਲੇ ਉੱਠਦੇ ਹੋ, ਆਪਣਾ ਅੰਮ੍ਰਿਤ ਵੇਲਾ ਸੰਭਾਲਦੇ ਹੋ, ਗੁਰੂ ਚਰਨਾਂ ਜਾ ਕੇ ਆਪਣੀ ਹਾਜ਼ਰੀਆਂ ਲਵਾਉਂਦੇ ਹੋ। ਸੋ ਸਾਧ ਸੰਗਤ ਜੀ, ਭਾਈ ਸਾਹਿਬ ਭਾਈ ਸੁੱਚਾ ਸਿੰਘ ਜੀ ਜੋ ਆਪ ਜੋ ਰੋਜ਼ਾਨਾ ਕਥਾ ਦਾ ਨਿਹਾਲ ਕਰ ਰਹੇ ਹਨ, ਕੱਲ ਵੀ ਦਾ ਸਮਾਂ ਵੀ 8:30 ਤੋਂ ਲੈ ਕੇ 9:15 ਤੱਕ ਕੱਲ ਸੰਗਰਾਂਦ ਦਾ ਪਾਵਨ ਪਵਿੱਤਰ ਦਿਹਾੜਾ ਹੈ। ਹਮੇਸ਼ਾ ਦੀ ਤਰ੍ਹਾਂ 8:15 ਵਜੇ ਤੱਕ ਕੀਰਤਨ ਦੀ